ਸੀਨੀਅਰ ਕਲੱਬ ਬਰੈਂਪਟਨ ਅਤੇ ਜੇਮਸ ਪੋਟਰ ਸੀਨੀਅਰ ਕਲੱਬ ਵੱਲੋਂ ਸਟਿਲਮੈਨ ਪਾਰਕ ਬਰੈਂਪਟਨ ਵਿੱਚ CVSE ਕੈਨੇਡਾ ਡੇ ਮਲਟੀਕਲਚਰਲ ਮੇਲਾ 27 ਅਗਸਤ ਦਿਨ ਸ਼ਨੀਵਾਰ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। TNTV ਵੱਲੋਂ ਮੇਲੇ ਦੀ ਵਿਸ਼ੇਸ਼ ਕਵਰੇਜ ਕੀਤੀ ਗਈ। ਪਾਰਕ ਵਿੱਚ ਲੱਗੇ ਵੱਖ-ਵੱਖ ਸਟਾਲ ਬੱਚਿਆਂ ਅਤੇ ਜਵਾਨਾਂ ਦੀਆਂ ਖੇਡਾਂ ਅਤੇ ਪਾਰਕ ਵਿੱਚ ਹੀ ਬੈਠੇ ਵੱਖ-ਵੱਖ ਗਰੁੱਪਾਂ ਵਿੱਚ ਪੰਜਾਬੀਆਂ ਵੱਲੋਂ ਤਾਸ਼ ਦੀ ਬਾਜੀ ਲਾਉਂਦੇ ਹੋਏ ਦੇਖ ਇੱਕ ਪਲ ਤਾਂ ਇੰਜ ਮਹਿਸੂਸ ਹੋ ਰਿਹਾ ਸੀ ਕਿ ਅਸੀਂ ਕੈਨੇਡਾ ਨਹੀਂ ਬਲਕਿ ਪੰਜਾਬ ਵਿੱਚ ਜਾਂ ਆਪਣੇ ਪਿੰਡ ਦੇ ਕਿਸੇ ਮੇਲੇ ਦਾ ਆਨੰਦ ਮਾਣਦੇ ਹੋਏ ਤੁਰ ਫਿਰ ਰਹੇ ਹਾਂ। ਕੋਈ ਹੁਨਰ ਕਦੇ ਬੇਕਾਰ ਨਹੀਂ ਹੁੰਦਾ ਤੇ ਮਿਹਨਤੀ ਖੱਜਲ ਖੁਆਰ ਨਹੀਂ ਹੁੰਦਾ। ਸੱਚ ਦਾ ਮਾਰਗ ਚੁਣਿਆ ਜਿਸ ਨੇ ਉਹਦੀ ਫਿਤਰਤ ਵਿੱਚ ਅਹੰਕਾਰ ਨਹੀਂ ਹੁੰਦਾ। ਸਰੀਰਕ ਭੁੱਖ ਤੱਕ ਸੀਮਤ ਜਿਹੜਾ ਸੱਚਾ ਕਦੇ ਉਹ ਪਿਆਰ ਨਹੀਂ ਹੁੰਦਾ। रूह दी छेड़े ना सदा झल खिलारे और दिलवर दिली दिलदार नहीं हुंदा। गल गल उत्ते रोस करे जो ओ मित्र जिगरी जार नहीं हुंदा। जे मुहब्बतां नाल संजोईए रिश्ते फिर विचारां विच टकरार नहीं हुंदा। जो समाज नूं उतड़ राहे पावे ओ असल कदे कलाकार नहीं हुंदा। जो तुकबंदी दी शोभा हलूणे ओ वरतों विच अलंकार नहीं हुंदा। मार गरीबी दी भारी सह के बच्चा छेती उडार नहीं हुंदा। बेईमानी दी राह जो चुनदे बेड़ा उन्हां दा पार नहीं हुंदा। सब रिद्धियां सिद्धियां इकट्ठियां कर भी बंदा कदे निरंकार नहीं हुंदा। रणजीत रब दे भै विच जीवे जेड़ा ओदा मन भटकण लई तैयार नहीं हुंदा। ओदा मन भटकण लई तैयार नहीं हुंदा। धन्नवाद। ਪੂਰਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਹੋਇਆ ਸੀ। ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬੀ MP ਅਤੇ ਕੌਂਸਲਰਾਂ ਨੇ ਸ਼ਿਰਕਤ ਕੀਤੀ। ਇੱਥੇ ਸਾਰੇ ਇਕੱਠੇ ਹੋਏ ਆ ਕਿਉਂਕਿ ਲੰਬੇ ਸਮੇਂ ਤੋਂ ਕੋਵਿਡ ਦੇ ਕਾਰਨ ਕਰਕੇ ਅਸੀਂ ਨਹੀਂ ਇੱਕ ਦੂਜੇ ਨਾਲ ਮਿਲ ਸਕੇ, ਆਪਣੇ ਮੇਲੇ ਕਰ ਸਕੇ। ਪਰ ਅੱਜ ਆਪਣੀ ਸਾਰੀ ਕ੍ਰੈਡਿਟ ਵੀ ਸੀਨੀਅਰਸ ਕਲੱਬ ਦੀ ਟੀਮ ਨੇ ਨਾ ਕਿ ਸਿਰਫ ਇੱਥੇ ਸਾਰੇ ਕਲੱਬ ਇੱਥੇ ਜੋੜੇ ਹੈਗੇ ਆ। ਤੇ ਜਦੋਂ ਅਸੀਂ ਪਿਛਲੇ 2 ਸਾਲਾਂ ਦੀ ਵੇਖਦੇ ਆ ਵੀ ਅਸੀਂ ਐਜ਼ ਅ ਕਮਿਊਨਿਟੀ ਇੱਥੇ ਬਰੈਂਪਟਨ ਦੇ ਵਿੱਚ ਸਾਨੂੰ ਬਹੁਤ ਕੁਝ ਵੇਖਣਾ ਪਿਆ। ਪਰ ਸਾਡੇ ਬਰੈਂਪਟਨ ਦੀ ਕਮਿਊਨਿਟੀ ਨੇ ਬਹੁਤ ਵੱਧ ਚੜ੍ਹ ਕੇ ਚਾਹੇ ਉਹ ਸੇਵਾ ਦੇ ਵਿੱਚ ਹਿੱਸਾ ਸੀਗਾ, ਫਰੰਟ ਲਾਈਨ ਆਫਿਸਰਸ ਦੇ, ਫਰੰਟ ਲਾਈਨ ਹੈਲਥ ਕੇਅਰ ਵਰਕਰਸ ਦੇ, ਚਾਹੇ ਉਹ ਲੰਗਰ ਵਰਤਾਇਆ ਥਾਂ ਤੇ ਜਾ ਕੇ ਜਾਂ ਸੇਵਾ ਕੀਤੀ ਆ। ਇੱਥੇ ਸਾਰੀ ਆਪਣੀ ਕਲੱਬ ਦੀ ਟੀਮ ਅਤੇ ਇੱਥੇ ਕਮਿਊਨਿਟੀ ਦੇ ਮੈਂਬਰ ਉਹਨਾਂ ਨੇ ਬਹੁਤ ਵੱਧ ਚੜ੍ਹ ਕੇ ਸੇਵਾ ਲਈ ਆ। ਪਰ ਇਸ ਦੇ ਨਾਲ ਸਰਕਾਰ ਵੱਲੋਂ ਵੀ ਅਸੀਂ ਤੁਹਾਡੇ ਸਾਰਿਆਂ ਦੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਇੱਕ ਵਾਰੀ ਫੇਰ ਸਾਨੂੰ ਬਰੈਂਪਟਨ ਦੇ ਵਿੱਚ ਮੌਕਾ ਦਿੱਤਾ। ਤੁਸੀਂ ਚੁਣ ਕੇ ਆਪਣੀਆਂ ਕੀਮਤੀਆਂ ਵੋਟਾਂ ਸਾਨੂੰ ਪਾ ਕੇ ਵਾਪਸ ਕੁਈਨਸ ਪਾਰਕ ਭੇਜਿਆ, ਜਿੱਥੇ ਕਿ ਅਮਰਜੋਤ ਸੰਧੂ ਭਾਜੀ ਉਹਨਾਂ ਨੇ ਦੱਸਿਆ ਸੀਗਾ ਵੀ ਕੀ ਪਲੇਟਫਾਰਮ ਆ, ਕੀ ਕਿਹਨਾਂ ਚੀਜ਼ਾਂ ਦੇ ਉੱਤੇ ਅਸੀਂ ਕੰਮ ਕਰਨਾ ਕੀਤਾ ਆ ਵੀ ਪਹਿਲਾਂ। ਉਸ ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਇੱਕ ਵਾਰੀ ਫਿਰ ਤੁਸੀਂ ਮੈਜੋਰਟੀ ਗਵਰਨਮੈਂਟ ਜਿਹੜੀ ਹੈਗੀ ਆ ਅਤੇ ਖਾਸ ਕਰਕੇ ਬਰੈਂਪਟਨ ਦੇ ਵਿੱਚ 5 ਦੀਆਂ 5 ਸੀਟਾਂ ਤੁਸੀਂ ਸਾਰਿਆਂ ਨੇ ਬਲੂ ਕਰ ਦਿੱਤੀਆਂ। ਉਸ ਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਦਾ ਖਾਸ ਕਰਕੇ ਆਪਣੇ ਕਲੱਬ ਦੇ ਡਾਇਰੈਕਟਰ ਮੈਂਬਰ ਜਿੰਨੇ ਵੀ ਆਪਣੇ ਪ੍ਰਧਾਨ ਸਾਹਿਬ ਹੈਗੇ ਆ
ਉਹਨਾਂ ਦਾ ਧੰਨਵਾਦ ਕਰਕੇ ਕਿ ਤੁਹਾਡਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਸੀਗਾ ਸਾਡੇ ਲਈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹੀ ਆਸ ਰੱਖਦੇ ਹਾਂ ਵੀ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਜੋ ਵੀ, ਜਿਵੇਂ ਅਮਰਜੋਤ ਭਾਜੀ ਉਹਨਾਂ ਨੇ ਆਪਣੀ ਗੱਲ ਕੀਤੀ ਸੀ, ਚਾਹੇ ਸੀਨੀਅਰਸ ਡੈਂਟਲ ਪਲਾਨ ਦੀ ਗੱਲ ਹੋਵੇ, ਚਾਹੇ ਆਪਣੇ ਹਸਪੀਟਲ ਦੀ ਗੱਲ ਹੋਵੇ, ਚਾਹੇ ਜੋ ਮੈਡੀਕਲ ਯੂਨੀਵਰਸਿਟੀ ਜਿਹੜੀ ਇੱਥੇ ਆ ਰਹੀ ਉਹਦੀ ਗੱਲ ਹੋਵੇ, ਉਹਦੇ ਵਿੱਚ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਮੋਢੇ ਨਾਲ ਮੋਢਾ ਲੱਗ ਕੇ ਇਸ ਇਸ਼ੂਜ਼ ਦੇ ਉੱਤੇ ਕੰਮ ਕਰਾਂਗੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਅਸੀਂ ਜੌਬਸ ਦੀ ਗੱਲ ਕਰਦੇ, ਹਾਈਵੇ ਦੀ ਗੱਲ ਕਰਦੇ ਹਾਂ, ਆਪਣੀ ਫਿਊਚਰ ਜਨਰੇਸ਼ਨਸ ਦੀ ਵਧੀਆ ਬਣਾਉਣਾ ਅਸੀਂ ਪੂਰੀ ਫੋਕਸ ਰੱਖਾਂਗੇ। ਸੋ ਇੱਕ ਵਾਰੀ ਫੇਰ ਸਾਡੇ ਵੱਲੋਂ ਪ੍ਰੀਮੀਅਰ ਡਗ ਫੋਰਡ ਅਤੇ ਸਾਰੀ ਅੰਟੈਰੀਓ ਗਵਰਨਮੈਂਟ ਵੱਲੋਂ ਸਾਰਿਆਂ ਨੂੰ ਕੈਨੇਡਾ ਡੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ, ਅਤੇ ਖਾਸ ਕਰਕੇ ਆਪਣੇ ਕਲੱਬ ਦੇ ਮੈਂਬਰਾਂ ਨੂੰ ਇੱਕ ਵਾਰੀ ਫੇਰ ਧੰਨਵਾਦ ਕਰਦੇ ਵੀ ਇਹੋ ਜਿਹੇ ਸਮਾਗਮ ਫੇਰ ਰੱਖੇ ਤੁਸੀਂ। ਸੋ ਸਾਡੇ ਵੱਲੋਂ ਕੋਈ ਵੀ ਸੇਵਾ ਦੀ ਕਦੀ ਲੋੜ ਹੋਵੇ ਜ਼ਰੂਰ ਸਾਨੂੰ ਦੱਸਣਾ ਜੀ। ਸੋ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਜਿਹੜੇ ਸੀਨੀਅਰ ਮਿਨਿਸਟਰ ਆਪਣੇ ਇਸੇ ਰਾਈਡਿੰਗ ਦੀ ਆਪਣੀ ਕੁੜੀ ਹੈਗੀ ਆ, ਜਿਹੜੀ ਕਿ ਬਹੁਤ ਹੀ ਚੰਗੇ ਢੰਗ ਨਾਲ ਕੰਮ ਨਿਭਾ ਰਹੇ ਹੈਗੇ ਆ। ਸੋ ਤੁਹਾਨੂੰ ਕਦੀ ਵੀ ਕੋਈ ਵੀ ਲੋੜ ਹੋਵੇ, ਅਸੀਂ 5 MP ਇੱਕ ਟੀਮ ਦੀ ਤਰ੍ਹਾਂ ਨਾਲ ਆਲਵੇਜ਼ देयर ਫॉर ਯੂ। ਉਹਦੇ ਵਿੱਚ ਜੇ ਦੇਖਿਆ ਜਾਵੇ ਤੇ ਸਾਡੀ 2015 ਤੋਂ ਹੁਣ ਤੱਕ ਮੈਂ ਦੇਖਾਂ 67 ਤੋਂ 65 ਜਿਹੜੀ ਰਿਟਾਇਰਮੈਂਟ ਏਜ, ਹੋਰ ਵੀ ਅਸੀਂ ਆਪਣੇ ਸੀਨੀਅਰਸ ਲਈ ਕਾਫੀ ਕੁਝ 10% OS ਜਾਂ ਪੈਨਸ਼ਨ ਦੀ ਗੱਲ ਕਰੀਏ ਜਾਂ ਵੈਕਸੀਨ ਦੀ ਗੱਲ ਕਰੀਏ, ਵੱਧ ਤੋਂ ਵੱਧ ਹੋਰ ਵੀ ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਫੀਡਬੈਕ ਸਾਨੂੰ ਮਿਲੇ ਤੇ ਅਸੀਂ ਸਾਡੇ ਜਿਹੜੇ ਸੀਨੀਅਰ ਆਪਣੇ ਮਾਣ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਣ। ਸੋ ਬੜੇ ਮੇਲੇ ਦੀ ਤਰ੍ਹਾਂ ਦਾ ਮਾਹੌਲ ਹੈਗਾ। ਕੰਗ੍ਰੈਚੁਲੇਸ਼ਨ ਔਨ ਦਾ ਮਲਟੀਕਲਚਰਲਿਜ਼ਮ ਡੇ। ਸਾਡੀ ਜਿਹੜੀ ਕੰਟਰੀ ਬਹੁਤ ਬਿਊਟੀਫੁਲ ਕੰਟਰੀ ਹੈਗੀ, ਜਿੱਥੇ ਅਸੀਂ ਆਪਣੇ ਮਾਣ ਨਾਲ ਆਪਣੇ ਸਾਰੇ ਕਲਚਰ ਨੂੰ ਮਨਾ ਸਕਦੇ ਹਾਂ। ਬਹੁਤਾ ਟਾਈਮ ਨਾ ਲੈਂਦੀ ਹੋਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਕੰਗ੍ਰੈਚੁਲੇਸ਼ਨਸ ਟੂ ਦ ਬੋਥ ਕਲੱਬ, ਜਿਨ੍ਹਾਂ ਨੇ ਇੰਨੇ ਸੱਜੇ ਢੰਗ ਨਾਲ ਇਹ ਆਪਣਾ ਇਵੈਂਟ ਜਿਹੜਾ ਹਮੇਸ਼ਾ ਹੀ ਮਨਾਉਂਦੇ ਹੈਗੇ ਆ। ਦੋ ਕਲੱਬ ਆ, ਕ੍ਰੈਡਿਟ ਵਿਊ ਸੀਨੀਅਰਸ ਕਲੱਬ ਤੇ ਜੇਮਸ ਪਾਟਰ ਸੀਨੀਅਰਸ ਕਲੱਬ, ਜਿਹੜੇ ਇਹ ਨਹੀਂ ਇਕੱਠੇ ਹੋ ਕੇ ਇਕੱਠ ਕੀਤਾ, ਮੇਰੇ ਹਿਸਾਬ ਨਾਲ ਬਹੁਤ ਵਧੀਆ ਮੈਸੇਜ ਜਾਂਦਾ ਸਾਡੇ ਕਮਿਊਨਿਟੀ ਦੇ ਵਿੱਚ। ਏਕਤਾ ਹੋਣੀ, ਪਿਆਰ ਦੇ ਨਾਲ ਰਹਿਣਾ, ਮੇਰੇ ਹਿਸਾਬ ਨਾਲ ਬਹੁਤ ਇੰਪੋਰਟੈਂਟ ਮੈਸੇजेस ਆ। ਉਸ ਤੋਂ ਇਲਾਵਾ ਮੈਂ ਦੇਖਿਆ ਜਗੀਰ ਸਿੰਘ ਸੈਬੀ ਜੀ ਵੀ ਇੱਥੇ ਪਹੁੰਚੇ ਆ, ਰਜਿੰਦਰ ਸਿੰਘ ਸੈਣੀ ਵੀ ਪਹੁੰਚੇ ਸਾਡੇ ਪ੍ਰਵਾਸੀ ਮੀਡੀਆ ਤੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਆ। ਤੇ ਇਹੀ ਕਹਿਣਾ ਚਾਹੁੰਦੇ ਆ ਜਿਹੜੇ ਸਾਡੇ ਪ੍ਰੋਵਿੰਸ਼ਲ ਇਲੈਕਟਿਡ ਅਫੀਸ਼ੀਅਲਸ ਆ, ਜਿਹੜੇ ਸਾਡੇ ਫੈਡਰਲ ਉਹਨੇ ਕਾਫੀ ਕੁਝ ਜ਼ਿਕਰ ਕੀਤਾ, ਆਪਾਂ ਐਜ਼ ਅ ਸਿਟੀ ਆਪਾਂ ਵੀ ਉਹਨਾਂ ਦੇ ਇਨੀਸ਼ੀਏਟਿਵਸ ਦੇ ਸਾਥ ਦਿੰਦੇ ਰਵਾਂਗੇ। ਤੇ ਉਸ ਤੋਂ ਇਲਾਵਾ ਅਕਤੂਬਰ 24 ਨੂੰ ਸਾਡੇ ਸਿਟੀ ਵਾਲੀ ਇਲੈਕਸ਼ਨ ਆਇਆ, ਸੋ ਪਲੀਜ਼ ਆਪਣੀ ਜਿਹੜੀ ਕੀਮਤੀ ਜਿਹੜਾ ਹੱਕ ਮਿਲਿਆ, ਜਿਹੜੀ ਵੋਟ ਆ ਜ਼ਰੂਰ ਪਾਉਣੀ ਆ। ਤੇ ਉਸ ਤੋਂ ਇਲਾਵਾ ਮਿਹਰਬਾਨੀ ਜੀ, ਤੁਸੀਂ ਸਾਨੂੰ ਟਾਈਮ ਦਿੱਤਾ। ਤੁਸੀਂ ਦੇਖ ਰਹੇ ਹੋ TNTV ਤੇ ਮੈਂ ਖੜੀਆਂ ਇੱਥੇ ਸੀਨੀਅਰ ਕਲੱਬਸ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੇ ਸਾਡੇ ਨਾਲ ਹਨ ਹਰਕੀਰਤ ਸਿੰਘ ਜੀ, ਜਿਹੜੇ ਸਿਟੀ ਕਾਉਂਸਲਰ ਹਨ। ਇਹ ਸਿਟੀ ਕਲੱਬ ਵੱਲੋਂ ਜਿਹੜਾ ਇਹ ਪ੍ਰੋਗਰਾਮ ਕਰਾਇਆ, ਤੁਸੀਂ ਇੱਥੇ ਆਏ ਹੋ ਤੇ ਕਿਵੇਂ ਲੱਗ ਰਿਹਾ ਹੈ ਕੈਨੇਡਾ ਦੇ ਵਿੱਚ ਇਹ ਸਾਰੇ ਪ੍ਰੋਗਰਾਮ ਹੋ ਰਹੇ ਨੇ? ਬਹੁਤ ਵਧੀਆ ਲੱਗ ਰਿਹਾ। ਜਿਹੜਾ ਕ੍ਰੈਡਿਟ ਵਿਊ ਸੀਨੀਅਰਸ ਕਲੱਬ ਤੇ ਜੇਮਸ ਪਾਟਰ ਸੀਨੀਅਰ ਕਲੱਬ ਇਕੱਠੇ ਹੋ ਕੇ ਬਹੁਤ ਤਕੜਾ ਜ਼ਬਰਦਸਤ ਜਿਹੜਾ ਇਕੱਠ ਕੀਤਾ ਆਰਗੇਨਾਈਜ਼। ਬਹੁਤ ਲੋਕ ਇੱਥੇ ਖੁਸ਼ ਆ, ਨਿਆਣੇ ਤੇ ਖੇਡ ਰਹੇ ਆ, ਸਾਡੇ ਸੀਨੀਅਰ ਜਿਹੜੇ ਆ ਉਹ ਵੀ, ਉਹਨਾਂ ਨੂੰ ਵੀ ਤਾਸ਼ ਤੇ ਮੁਕਾਬਲੇ ਚੱਲਦੇ ਆ। ਸੋ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਿਹਾ ਤੇ ਵਧੀਆ ਲੱਗ ਰਿਹਾ ਕਿਉਂਕਿ ਸਾਰੇ ਜਿਹੜੇ ਇਲੈਕਟਿਡ ਅਫੀਸ਼ੀਅਲਸ ਆ ਆਪਣੇ ਜਿਹੜੇ ਵਿਚਾਰ ਆ ਉਹਨੀ ਅੱਗੇ ਰੱਖੇ ਤੇ ਲੋਕਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ। ਸਿਟੀ ਕਾਉਂਸਲਰ ਵੱਲੋਂ ਜਿਵੇਂ ਇੱਥੇ ਕੀ ਪ੍ਰੋਗਰੈਸ ਕੀਤੀ ਜਾ ਰਹੀ ਹੈ ਕ੍ਰੈਡਿਟ ਵਿਊ ਤੇ? ਵੈਲ ਸਿਟੀ ਕਾਉਂਸਲਰਸ ਜਿਹੜੇ ਆ, ਸਿਟੀ ਕਾਉਂਸਲ ਜਿਹੜੀ ਸਾਡੀ ਆ, ਮੈਨੂੰ ਲੱਗਦਾ ਜਿਹੜਾ ਮੋਸਟ ਇੰਪੋਰਟੈਂਟ ਇਨੀਸ਼ੀਏਟਿਵ ਆ ਇਸ ਕਲੱਬਾਂ ਵਾਸਤੇ ਉਹ ਹੈਗਾ ਕਿ ਆਪਾਂ ਜਿਹੜੇ ਬੱਸ ਪਾਸ ਆ, ਸੀਨੀਅਰਸ ਬੱਸ ਪਾਸ, ਉਹ ਆਪਾਂ ਉਹਨਾਂ ਲਈ ਮੁਫਤ ਕਰ ਲੈ। ਸੋ ਉਹਨਾਂ ਸੀਨੀਅਰਸ ਲਈ, ਸੋ ਸੀਨੀਅਰਸ ਜਿਹੜੇ ਆ ਉਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਤੰਗੀ ਨਹੀਂ ਆਊਗੀ ਬੱਸ ਵਰਤਣ ਦੇ ਵਿੱਚ। ਤੇ ਮੈਨੂੰ ਲੱਗਦਾ ਇਹਦਾ ਬਹੁਤ ਹੀ ਜ਼ਿਆਦਾ ਸਾਡੇ ਕਮਿਊਨਿਟੀ ਦੇ ਵਿੱਚੋਂ ਸਪੋਰਟ ਮਿਲੀ ਆ ਤੇ ਇਹ ਕਲੱਬ ਜਿਹੜੇ ਦੋ ਖਾਸ ਕਰਕੇ ਇਹਨਾਂ ਦਾ ਵੀ ਬਹੁਤ ਵੱਡਾ ਸਾਥ ਸੀਗਾ ਉਸ ਇਨੀਸ਼ੀਏਟਿਵ ਦੇ ਵਿੱਚ। ਸੋ ਇਹ ਜਿਹੜੀ ਸਿਟੀ ਇਨੀਸ਼ੀਏਟਿਵ ਆ, ਮੈਨੂੰ ਲੱਗਦਾ ਇਹ ਕਲੱਬਾਂ ਲਈ ਖਾਸ ਕਰਕੇ ਬਹੁਤ ਜ਼ਰੂਰੀ ਸੀਗੀ। ਇੱਥੇ ਕੈਨੇਡਾ ਦੇ ਵਿੱਚ ਕਲੱਬ ਦੇ ਥਰੂ ਇਹ ਪ੍ਰੋਗਰਾਮ ਕਰਾਣੇ, ਜਿਹਦੇ ਵਿੱਚ ਬਜ਼ੁਰਗ ਪਾਰਟਿਸਿਪੇਟ ਕਰ ਰਹੇ ਨੇ, ਬੱਚੇ ਪਾਰਟਿਸਿਪੇਟ ਕਰ ਰਹੇ ਨੇ, ਯੂਥ ਪਾਰਟਿਸਿਪੇਟ ਕਰ ਰਹੇ ਹਨ, ਆਲ ਓਵਰ ਸਾਰੀ ਕਮਿਊਨਿਟੀ ਜਿਹੜੀ ਇੱਥੇ ਪਹੁੰਚੀ ਹੋਈ ਹੈ। ਉਸ ਦੇ ਵਿੱਚ ਮਤਲਬ ਕੌਂਸਲ ਵੱਲੋਂ ਕੀ ਕੀਤਾ ਜਾਏਗਾ? ਕੌਂਸਲ ਵੱਲੋਂ ਕੁਝ ਇਹਨਾਂ ਨੂੰ ਜਿਹੜੀਆਂ ਸਾਡੀ ਪਾਰਕਾਂ ਆ ਇਹ ਸਾਡੀਆਂ ਆ ਜੀ, ਸੋ ਆਪਾਂ ਇਹਨਾਂ ਨੂੰ ਮੇਨਟੇਨ ਕਰੀਦਾ, ਆਪਾਂ ਇਹਨਾਂ ਨੂੰ ਤਿਆਰ ਕਰੀਦਾ, ਇਹਨਾਂ ਦੀ ਮੇਨਟੇਨੈਂਸ ਜਿਹੜੀ ਆ ਉਹ ਕਰੀ, ਅਪਗ੍ਰੇਡ ਜਿਹੜੇ ਹੁੰਦੇ ਆ ਸ਼ੈਲਟਰ ਦੇ
ਸਾਡੇ ਪਲੇਗਰਾਉਂਡਸ ਦੇ ਆਪਾਂ ਉਹ ਕਰੀਦਾ, ਨਾਲ ਦੀ ਨਾਲ ਜਿਹੜੇ ਪਰਮਿਟਸ ਆ ਉਹ ਇਸ਼ੂ ਕਰੀਦੇ। ਸੋ ਜਿਹੜੇ ਸਿਟੀ ਕਾਉਂਸਲ ਆ ਉਹਨਾਂ ਦਾ ਬਹੁਤ ਵੱਡਾ ਰੋਲ ਹੁੰਦਾ ਇੱਦਾਂ ਦੇ ਇਕੱਠਾਂ ਦੇ ਵਿੱਚ। ਸੋ ਆਪਾਂ ਸਪੋਰਟ ਕਰਦੇ ਰਹਾਂਗੇ। ਜਿਹੜੇ ਇੱਥੇ ਸਾਰੇ ਬੱਚੇ ਅੱਜ ਮੈਂ ਦੇਖ ਰਹੀ ਜਿਹੜੇ ਖੇਡ ਰਹੇ ਆ, ਇਹ ਆਪਣਾ ਬਰੈਂਪਟਨ ਦਾ ਫਿਊਚਰ ਆ। ਜੇ ਆਪਾਂ ਹੁਣ ਚੇਂਜ ਨਾ ਕੀਤਾ ਨਾ, ਬਹੁਤ ਔਖਾ ਟਾਈਮ ਆਊਗਾ ਇੱਥੇ, ਕਿਉਂਕਿ ਬਰੈਂਪਟਨ ਦੀ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ। ਇੱਥੇ ਯੂਨੀਵਰਸਿਟੀ ਆ ਸਕਦੀ ਆ, ਹਸਪੀਟਲ ਹੋਰ ਆ ਸਕਦਾ ਵਾ, ਟੈਕਨੋਲੋਜੀਜ਼ ਹੋਰ ਆ ਸਕਦੀਆਂ ਤੇ ਜੌਬਾਂ ਵੀ ਆਪਾਂ ਇੱਥੇ ਵਧਾ ਸਕਦੇ ਹਾਂ। ਬਟ ਉਹ ਸਾਰਾ ਕੁਝ ਆਪ ਜੀ ਦੀ ਸਪੋਰਟ ਦੇ ਨਾਲ ਹੋਊਗਾ। ਮੈਂ ਇਕੱਲੀ ਖੜ ਸਕਦੀ ਹਾਂ ਤੇ ਬੋਲ ਸਕਦੀ ਹਾਂ ਤੁਹਾਡੇ ਵਾਸਤੇ, ਪਰ ਸਪੋਰਟ ਮੈਨੂੰ ਤੁਹਾਡੀ ਚਾਹੀਦੀ ਆ। ਸੋ ਮੈਂ ਤੁਹਾਨੂੰ ਆਪ ਸਾਰਿਆਂ ਤੋਂ ਪਹਿਲਾਂ ਥੈਂਕ ਯੂ ਕਰਦੀ ਹਾਂ, ਧੰਨਵਾਦ ਕਰਦੀ ਹਾਂ ਵੀ ਤੁਸੀਂ ਮੈਨੂੰ ਮੌਕਾ ਦਿੱਤਾ। ਸਾਡਾ ਕੈਂਪੇਨ ਆਫਿਸ ਬ੍ਰੈਮਲੀ ਸਿਟੀ ਸੈਂਟਰ 100 ਪੀਲ ਸਟਰੀਟ ਤੇ ਖੁੱਲਿਆ ਹੋਇਆ ਵਾ, ਜ਼ਰੂਰ ਆਓ ਸਾਰੇ ਜਾਣੇ। ਸਾਨੂੰ ਕਾਫੀ ਹੈਲਪ ਚਾਹੀਦੀ ਆ ਫੋਨ ਕਾਲਸ ਵਾਸਤੇ, ਵॉलंटियर्स ਵਾਸਤੇ, ਡੋਰ ਨਾਕਿੰਗ ਵਾਸਤੇ, ਕਿਉਂਕਿ ਇਹ ਤੁਹਾਡੀ ਸਾਰਿਆਂ ਦੀ ਸਿਟੀ ਆ, ਮੇਰੀ ਵੀ ਆ, ਤਾਂ ਮੈਂ ਖੜੀ ਆ। ਪਰ ਤੁਹਾਡੀ ਸਪੋਰਟ ਨਾਲ ਹੀ ਆਪਾਂ ਗਾਂਹ ਜਾਵਾਂਗੇ। ਸ਼ੁਕਰੀਆ। ਮੈਂ ਖੜੀ ਹਾਂ ਬਰੈਂਪਟਨ ਦੇ ਵਿੱਚ ਤੇ ਮੇਰੇ ਨਾਲ ਹਨ ਨਿੱਕੀ ਕੌਰ ਜੀ, ਜਿਹੜੇ ਮੇਅਰ ਦੀ ਇਲੈਕਸ਼ਨ ਦੇ ਲਈ ਜਿਨ੍ਹਾਂ ਨੇ ਨੋਮੀਨੇਟ ਕੀਤਾ ਹੈ, ਆਪਣੇ ਆਪ ਨੂੰ ਫਾਰਮ ਫਿਲ ਕੀਤਾ ਹੈ ਤੇ ਅਸੀਂ ਸਾਰਿਆਂ ਨੇ ਇਹਨਾਂ ਨੂੰ ਮੇਅਰ ਬਣਾ ਕੇ ਰਹਿਣਾ ਹੈ। ਆਓ ਇਹਨਾਂ ਕੋਲ ਜਾਣਦੇ ਹਾਂ ਇਹਨਾਂ ਦਾ ਵਿਜ਼ਨ ਕੀ ਹੈ, ਮੇਅਰ ਬਣਨ ਤੋਂ ਬਾਅਦ ਇਹ ਬਰੈਂਪਟਨ ਦੇ ਲਈ ਕੀ ਕੰਮ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਤੋਂ ਪਹਿਲਾਂ ਕ੍ਰੈਡਿਟ ਵਿਊ ਸੀਨੀਅਰਸ ਕਲੱਬ ਦਾ ਢੇਰ ਦਾ ਮੈਂ ਸ਼ੁਕਰਾਨਾ ਕਰਦੀ ਹਾਂ ਵੀ ਤੁਸੀਂ ਇੰਨਾ ਵਧੀਆ ਇਵੈਂਟ ਅੱਜ ਆਰਗੇਨਾਈਜ਼ ਕੀਤਾ, ਵੀ ਤੁਸੀਂ ਸਾਰੀ ਕਮਿਊਨਿਟੀ ਨੂੰ ਇਕੱਠਾ ਕੀਤਾ ਐਂਡ ਬੱਚਿਆਂ ਨੂੰ ਐਕਟੀਵਿਟੀਜ਼ ਦੇ ਵਾਸਤੇ ਵੀ ਸਾਰਿਆਂ ਨੂੰ ਅਰੇਂਜ ਕੀਤਾ। ਮੈਂ ਬਰੈਂਪਟਨ ਤੋਂ ਹੈਗੀ ਆ, ਮੈਂ ਪੇਸ਼ੇ ਤੋਂ ਵਕੀਲ ਆ ਐਂਡ ਸਿਟੀ ਆਫ ਬਰੈਂਪਟਨ ਦੇ ਵਿੱਚ ਮੈਂ ਡਾਇਰੈਕਟਰ ਆਫ ਪਲੈਨਿੰਗ ਦੀ ਜੌਬ ਕਰਦੀ ਆ। ਟਾਈਮ ਹੁਣ ਆ ਗਿਆ ਬਰੈਂਪਟਨ ਨੂੰ ਵੋਟ ਪਾਉਣ ਦਾ। ਮੈਂ ਤੁਹਾਡੀ ਮੇਅਰ ਤੁਹਾਡੇ ਵਾਸਤੇ ਖੜੀ ਆ। ਅਕਤੂਬਰ 24 ਨੂੰ ਆਪਣੇ ਮਿਊਨਿਸਪਲ ਇਲੈਕਸ਼ਨਸ ਆ, ਪਲੀਜ਼ ਆਪਦਾ ਵੋਟ ਪਾਉਣ ਆਓ। ਵੋਟ ਫॉर ਯੂ। ਆਪਣੀ ਇੱਥੇ ਬਰੈਂਪਟਨ ਦੇ ਵਿੱਚ 4th ਲਾਰਜੈਸਟ ਸਿਟੀ ਹੈਗੀ ਹੈ ontario ਦੇ ਵਿੱਚ। ਆਪਾਂ ਇੱਥੇ ਇੰਨੀ ਮਿਹਨਤ ਕਰਦੇ ਹਾਂ, ਇੰਨਾ ਹਾਰਡ ਵਰਕ ਕਰਦੇ ਹਾਂ, ਪਰ ਜਦੋਂ ਆਪਾਂ ਦੇਖਦੇ ਹਾਂ ਵੀ ਆਪਾਂ ਨੂੰ ਸਲੀਪਿੰਗ ਸਿਟੀ ਕਹਿੰਦੇ ਆ। ਵੀ ਨੀਡ ਟੂ ਬ੍ਰਿੰਗ ਰਿਸੋਰਸਿਸ ਹੇਅਰ, ਇੰਡਸਟਰੀਜ਼ ਹੇਅਰ, ਆਪਾਂ ਨੂੰ ਹਸਪੀਟਲ ਚਾਹੀਦਾ ਤੇ ਯੂਨੀਵਰਸਿਟੀ ਚਾਹੀਦੀ ਆ। ਜਦੋਂ ਮੈਂ ਪੜ੍ਹਨ ਗਈ, ਮੈਂ ਬਾਹਰ ਗਈ ਸੀ ਪੜ੍ਹਨ, ਮੈਂ ਯਾਰਕ ਦੇ ਵਿੱਚ ਸਾਈਕੋਲੋਜੀ ਦੀ ਡਿਗਰੀ ਕੀਤੀ ਆ, ਦੈਨ ਆਈ ਵੈਂਟ ਟੂ ਲਾਅ ਸਕੂਲ। ਇੱਥੇ ਇੰਨੇ ਯੂਥ ਆ, ਕਈ ਯੂਥ ਨੂੰ ਚਾਂਸ ਹੀ ਨਹੀਂ ਮਿਲਦਾ ਕਿਉਂਕਿ ਐਜੂਕੇਸ਼ਨ ਬਹੁਤ ਐਕਸਪੈਂਸਿਵ ਹੋ ਚੁੱਕੀ ਆ। ਆਪਾਂ ਆਪਦੀ ਸਿਟੀ ਨੂੰ ਮੈਪ ਤੇ ਪਾਈਏ, ਇੱਥੇ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਬਿਲੋਂਗ ਕਰਦੀਆਂ ਤੇ ਫਿਊਚਰ ਲੀਡਰਸ ਕ੍ਰੀਏਟ ਕਰੀਏ। ਬਟ ਇਹ ਉਦੋਂ ਹੀ ਹੋ ਸਕਦਾ ਵਾ ਜਦੋਂ ਸਾਰੇ ਤੁਸੀਂ ਵੋਟ ਪਾਓਗੇ ਐਂਡ ਵੋਟ ਫॉर ਨਿੱਕੀ। ਥੈਂਕ ਯੂ। ਮੇਲੇ ਦੀ ਦਿਲਚਸਪੀ ਵਧਾਉਣ ਲਈ ਵੱਖ-ਵੱਖ ਤਰੀਕੇ ਦੇ ਇਨਾਮ ਵੀ ਕੱਢੇ ਗਏ। ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਦੇ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਗਏ ਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਖਾਣ ਪੀਣ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।
ਤਾਂ ਤੁਸੀਂ ਹੁਣ ਜਰਬ ਦੇ ਲਓ ਵੀ ਮੈਨੂੰ ਮੈਂ ਤਾਂ 15 ਕ ਮੇਲੇ 20 ਮੇਲੇ ਦੇਖ ਹੋ ਜਾਂਦੇ ਆ ਸਾਲ ਦੇ 15-20 ਮੇਲੇ ਸਾਲ ਦੇ ਦੇਖ ਸਾਲ ਦੇ ਲੈਂਦੇ। ਘੱਟ ਤੋਂ ਘੱਟ। ਫਿਰ ਬਹੁਤ ਜਲੇਬੀਆਂ ਛਕਦੇ ਹੋ? ਹਾਂ ਜਲੇਬੀਆਂ ਬਹੁਤ, ਚਲੋ ਜਿੰਨੇ ਕੁ ਜੋਗੇ ਹੈਗੇ ਖਾ ਪੀ ਲਈਦਾ। ਅੱਛਾ ਹਾਂਜੀ। ਤੇ ਇਹ ਮੇਲਿਆਂ ਦੀ ਖਾਸ ਗੱਲ ਕੀ ਲੱਗਦੀ ਹੈ? 15 ਖਾਸ ਮੇਲੇ ਗੱਲ ਤੁਸੀਂ ਇਦਾਂ ਜੀ, ਖਾ ਇੱਕ ਲਏ। ਤਾਂ ਜਿਹੜਾ ਵਿਛੜਿਆ ਆਪਣਾ ਮਿੱਤਰ ਸੱਜਣ ਸਾਰੇ ਇਕੱਠੇ ਹੋ ਜੰਨੇ ਆ। ਹਾਂਜੀ। ਇੱਕ ਪੰਜਾਬੀ ਭਾਈਚਾਰਾ ਸਾਰਾ, ਪੰਜਾਬੀ ਭਾਈਚਾਰਾ ਜਿਹੜਾ ਸਾਰਾ ਆ ਉਹ ਆਪਣਾ ਇਕੱਠਾ ਹੋ ਜਾਂਦਾ, ਰੂਹ ਖੁਸ਼ ਹੋ ਜਾਂਦੀ ਪੰਜਾਬੀਆਂ ਨੂੰ ਦੇਖ ਕੇ। ਪੰਜਾਬੀ ਕਿਵੇਂ ਲੱਗ ਰਿਹਾ? ਪੰਜਾਬ ਵਧੀਆ ਹੈ ਕਿ ਕੈਨੇਡਾ ਵਧੀਆ ਹੈ? 2-3 ਮਹੀਨੇ ਦਾ ਜੀ ਇੱਥੇ ਸਾਡਾ ਜੀ ਨਹੀਂ ਲੱਗਿਆ। ਅੱਛਾ। ਉੱਥੇ ਜਾ ਕਦੇ ਇੱਥੇ, ਹੁਣ ਗੱਡੀ ਗੁੱਡੀ ਲਈ ਫਿਰਦੇ ਆ, ਕਦੇ ਉੱਥੇ ਉੱਠ ਗਏ ਕਦੇ ਉੱਥੇ ਉੱਠ ਗਏ। ਹੁਣ ਜੀ ਲੱਗਦਾ ਜਦੋਂ ਇੱਥੇ ਇਹੋ ਜਿਹੇ ਮੇਲਿਆਂ 'ਚ ਲੋਕ ਮਿਲਦੇ। ਜੀ ਕਿਉਂ ਨਹੀਂ ਲੱਗਾ ਤੁਹਾਡਾ ਇੱਥੇ? ਉੱਥੇ ਜੀ ਖੁੱਲਾ ਮਾਹੌਲ ਆ, ਇੱਕ ਦੂਜੇ ਨਾਲ ਮਿਲਦੇ ਵਰਤਦੇ ਆ। ਇੱਥੇ ਤਾਂ ਕੋਈ ਘਰਾਂ 'ਚੋਂ ਬਾਹਰ ਨਹੀਂ ਨਿਕਲਦਾ ਮਿਲਦਾ। ਇਹੋ ਜਿਹੇ ਪ੍ਰੋਗਰਾਮਾਂ ਤੇ ਮੇਲ ਹੁੰਦੇ ਨਹੀਂ ਹੁੰਦੇ ਨਹੀਂ। ਹਾਂਜੀ। ਹਾਂ। ਇੱਥੇ ਦੀ ਜਿਹੜੀ ਲਾਈਫ ਬਹੁਤ ਫਾਸਟ ਹੈਗੀ, ਉਹਦੇ ਬਾਰੇ ਕੁਝ? ਹਾਂ ਜੀ, ਇੱਥੇ ਯਾਨੀ ਕਿਸੇ ਕੰਮ ਤੋਂ ਬਿਨਾ ਕਿਸੇ ਬੰਦੇ ਦਾ ਕੋਈ ਗੁਜ਼ਾਰਾ ਨਹੀਂ, ਕੰਮ ਨਾਲ ਹੀ ਸਾਰਾ ਕੁਛ ਆ। ਕੰਮ ਤੋਂ ਬਿਨਾ ਇੱਥੇ ਕੋਈ ਨਹੀਂ। ਉੱਥੇ ਇੱਕ ਪਰਿਵਾਰ ਦਾ ਜੀ ਜੇ ਕੰਮ ਕਰਦਾ ਤਾਂ 10-15 ਜੀ ਵਿਹਲੇ ਬਹਿ ਕੇ ਖਾ ਸਕਦੇ ਆ। ਬੜਾ ਵਧੀਆ ਭਵਿੱਖ ਆ ਉੱਥੇ, ਆਪਣਾ ਭਾਈਚਾਰਕ ਸਾਂਝ ਆ, ਮਿਲ ਵਰਤਣਾ ਲੋਕਾਂ ਨਾਲ। ਇੱਥੇ ਉਹ ਚੀਜ਼ ਹੈ ਨਹੀਂ। ਜਿਹੜਾ ਜਦੋਂ ਤੁਸੀਂ ਹਵਾਈ ਜਹਾਜ਼ ਤੇ ਚੜ੍ਹਦੇ ਹੁੰਦੇ ਹੋ ਸਾਰੇ ਕਹਿੰਦੇ ਵਧਾਈਆਂ, ਤੁਹਾਡਾ ਵੀਜ਼ਾ ਲੱਗ ਗਿਆ, ਕੈਨੇਡਾ ਨੂੰ ਜਾ ਰਹੇ ਹੋ ਤੁਸੀਂ। ਉਹ ਇੱਕ ਚਿਹਰੇ ਤੇ ਵੱਖਰੀ ਜੀ ਚਮਕ ਹੁੰਦੀ ਹੈ। ਇੱਥੇ ਆਂਦਿਆਂ ਹੀ ਉਹ ਚਮਕ ਖਤਮ ਹੀ ਹੋ ਜਾਂਦੀ ਹੈ। ਬਹੁਤ ਖੁਸ਼ੀ ਹੁੰਦੀ ਹੈ ਜੀ ਜਦੋਂ ਉੱਥੋਂ ਤੁਰਦੇ ਆ ਆਪਾਂ ਸਾਰੇ। ਆਪਾਂ ਇੱਕ ਦੂਜੇ ਨੂੰ ਦੱਸਦੇ ਵੀ ਨਹੀਂ ਵੀ ਮੈਂ ਜਾਣਾ, ਮੈਂ ਕੋਈ ਗੱਲਬਾਤ ਨਾ ਹੋ ਜੇ। ਪਰ ਇੱਥੇ ਆ ਕੇ ਜਦੋਂ ਦੇਖਿਆ ਇੱਥੇ ਕੁਝ ਮਾਹੌਲ ਹੋਰ ਆ। ਉਹ ਇੱਥੇ ਕੋਈ ਚੀਜ਼ ਨਹੀਂ ਉਸ ਨਾਂ ਦੀ। ਸਿਰਫ ਜੇ ਸਰਕਾਰਾਂ ਉੱਥੇ ਕੰਮ ਦੇਣ, ਉੱਥੋਂ ਦਾ ਰੁਜ਼ਗਾਰ ਚੰਗਾ ਹੋਵੇ, ਨਸ਼ਾ ਬੰਦ ਹੋ ਜੇ, ਸਾਰੀਆਂ ਚੀਜ਼ਾਂ ਹੋ ਜਾਣ ਤਾਂ ਇੱਥੇ ਆਉਣ ਦੀ ਲੋੜ ਕੋਈ ਨਹੀਂ। ਕਿਉਂ ਜਿਹੜੇ ਆ ਪੜ੍ਹਨ ਵਾਲੇ ਬੱਚੇ ਆ, ਅਸੀਂ ਮੈਂ ਦੇਣਾ ਵੀ ਕਿਵੇਂ ਉਹ ਸੜਕਾਂ ਤੇ ਰੁਲਦੇ ਫਿਰਦੇ ਆ, ਭੁੱਖੇ ਤੇ ਆਏ, ਕਦੇ ਕੰਮ ਤੇ, ਕਦੇ ਕਾਲਜਾਂ 'ਚ, ਕਦੇ ਕਿਤੇ। ਬਹੁਤ ਬੁਰਾ ਹਾਲ ਆ ਉਹਨਾਂ ਦਾ ਵਿਚਾਰਿਆਂ ਦਾ। ਕਦੋਂ 5-7 ਸਾਲਾਂ 'ਚ ਉਹਨਾਂ ਦਾ ਭਵਿੱਖ ਕਾਮਯਾਬ ਹੋਊ। ਬੜੀ ਵੱਡੀ ਸਟਰਗਲ ਕਰਕੇ ਉਹਨਾਂ ਨੇ ਆਪਦੇ ਮਕਾਮ ਤੇ ਪਹੁੰਚਣਾ। ਪਰਮਾਤਮਾ ਉਹਨਾਂ ਨੂੰ ਤਰੱਕੀ ਬਖਸ਼ੇ ਤੇ ਉਹਨਾਂ ਦੇ ਮਾਪਿਆਂ ਨੂੰ ਵੀ ਇੱਕ ਤਰ੍ਹਾਂ ਨਾਲ ਮਿਲੇ ਸਭ ਕੁਝ। ਕਿਵੇਂ ਲੱਗਦਾ ਹੈ ਜਦੋਂ ਤੁਸੀਂ ਇੱਥੇ ਇਹ ਮੇਲੇ ਅਟੈਂਡ ਕਰ ਰਹੇ ਹੋ? ਇਹ ਪੰਜਾਬ ਸਾਰਾ ਇਕੱਠਾ ਹੋਇਆ, ਲੱਗ ਰਿਹਾ ਪੰਜਾਬ ਹੀ ਬਣਿਆ ਹੋਇਆ ਹੈ। ਲੱਗਦਾ ਬਹੁਤ ਵਧੀਆ ਜੀ, ਪਰ ਪੰਜਾਬ ਵਰਗੀ ਰੀਸ ਨਹੀਂ ਇੱਥੇ ਹੈ। ਤਾਂ ਸਾਰੇ ਵਧੀਆ ਅਸੀਂ ਮਿਲਦੇ ਹਾਂ, ਹਰੇਕ ਵੀਕ ਅਸੀਂ ਮੇਲਾ ਹੀ ਹੁੰਦਾ ਸਾਡਾ ਤਾਂਸ ਵਾਲਿਆਂ ਦਾ। ਤਾਂ ਹਰੇਕ ਤਾਂ ਇੰਜੋਏ ਕਰਦੇ ਹਾਂ ਅਸੀਂ। ਤੇ ਜਿਹੜੇ ਤਾਂਸ ਵਾਲੇ ਹੈਗੇ ਵੀ 50-60 ਟੀਮਾਂ, ਬਸ ਹਰੇਕ ਟੀਮ ਤਾਂ ਕੱਲ ਨੂੰ ਫੇਰ ਆ ਉੱਥੇ ਆਪਣੇ ਤਾਂਸ ਦਾ ਹੀ ਮੇਲਾ ਫੇਰ ਆ। ਤਾਸ਼ ਦਾ ਮੇਲਾ, ਤਾਸ਼ ਖੇਡਦੇ ਹੋ ਉੱਥੇ? ਕੱਲ ਨੂੰ ਪੰਜਾਬ ਡੇ ਆ ਜੀ, ਉੱਥੇ ਆਪਣੇ ਮੇਲਾ ਉੱਥੇ ਗਾਉਣ ਦਾ ਵੀ ਆ, ਨਾਲ ਤਾਸ਼ ਦਾ ਵੀ ਆ। ਅੱਛਾ, ਪੰਜਾਬ ਡੇ ਮਨਾਇਆ ਜਾ ਰਿਹਾ ਹੈ। ਬਰੈਂਪਟਨ ਦੇ ਵਿੱਚ ਰਹਿ ਕੇ ਪੰਜਾਬ ਡੇ ਸਾਡੇ ਸੀਨੀਅਰਸ ਜਿਹੜੇ ਨੇ ਉਹ ਮਨਾ ਰਹੇ ਨੇ, ਔਰ ਪੂਰਾ ਤੁਸੀਂ ਆਪਣਾ ਬਜ਼ੁਰਗੀ ਇੰਜੋਏ ਕਰ ਰਹੇ ਹੋ। ਤੁਸੀਂ ਕਰ ਰਹੇ ਉੱਥੇ ਕੀ ਨਹੀਂ ਹੁੰਦੀ, ਕਰੀ ਜਾਂਦੇ ਜੋ ਇੱਥੇ ਬੁੜੇ ਆਪਣੇ ਨੂੰ ਕੋਈ ਨਹੀਂ ਪੁੱਛਦਾ। ਚਲਦੀਆਂ ਇੱਥੇ ਛੋਟੇ ਵਰਗੀ ਕੁੜੀਆਂ ਦੀਆਂ ਵੀ ਆ ਪਤਾ ਇੱਥੇ। ਬਹੁਤ ਖੂਬ, ਬਹੁਤ ਵਧੀਆ। ਇਹਨਾਂ ਨੇ ਕਿਹਾ ਕਿ ਬੁੜੇ ਬੁੜੀਆਂ ਨੂੰ ਇੱਥੇ ਕੋਈ ਨਹੀਂ ਪੁੱਛਦਾ। ਤੇ ਜਦੋਂ ਨਹੀਂ ਪੁੱਛਦਾ ਫਿਰ ਕਿਵੇਂ ਪੰਜਾਬ ਵਿੱਚ ਤਾਂ ਇੰਨੇ ਬੁੜੇ ਨਜ਼ਰ ਨਹੀਂ ਆਉਂਦੇ। ਕੈਨੇਡਾ ਵਿੱਚ ਸਾਰੇ ਬੁੜੇ ਤਾਂ ਕੈਨੇਡਾ ਵਿੱਚ ਨਜ਼ਰ ਆਉਂਦੇ। ਹੁਣ ਸਾਡੇ ਕੋਈ ਪਿੰਡ ਹੈ ਹੀ ਨਹੀਂ, ਕਹੀਏ ਰਹੀਏ ਕਿੱਥੇ। ਇੱਕ ਹੀ ਮੁੰਡਾ ਗੁੱਡੀ ਉਹ ਇੱਥੇ ਕੈਨੇਡਾ ਜਾ ਤੇ ਬਾਕੀ ਪੈਨਸ਼ਨ ਪੰਗਾ ਪਾਉਂਦੀ ਆ। ਪੈਨਸ਼ਨ ਤੋਂ ਮਿਲਦਾ 1200-1500 ਮਹੀਨੇ ਦਾ, ਤੇ ਦੁਨਾ ਬੁੜਾ ਬੁੜੀ ਦੇ ਬਣਦਾ 2600-2700। ਫਿਰ ਨਹੀਂ ਜਾਂਦੇ ਬੁੜਾ ਬੁੜੀ ਇੱਥੋਂ। ਬਹੁਤ ਵਧੀਆ। ਮਤਲਬ ਪੈਨਸ਼ਨ ਮਿਲਣ ਕਰਕੇ ਜਿਹੜਾ ਇੱਥੇ ਰਹਿੰਦੀਆਂ ਦਿਲ ਨਹੀਂ ਲੱਗਦਾ ਇੱਥੇ। ਦਿਲ ਤੱਕ ਪੰਜਾਬ ਹੀ ਫਿਰਦਾ ਰੋਜ਼। ਦਿਲ ਪੰਜਾਬ ਹੀ ਫਿਰਦਾ। ਪੰਜਾਬ ਤੇ ਹੀ ਆਉਂਦੇ ਆ। ਅੱਛਾ, ਬਹੁਤ ਵਧੀਆ। ਇਹ ਤਾਂ ਮੇਰੇ ਬੱਚੇ ਬਹੁਤ ਵਧੀਆ, ਬਹੁਤ। ਮੇਰੇ ਪੋਤੇ ਮੇਰੇ ਤੋਂ ਰੋਟੀ ਨਹੀਂ ਖਾਂਦੇ। ਹੁਣ ਟੈਲੀਫੋਨ ਆ ਗਿਆ ਮੈਨੂੰ ਅੱਜ ਵੀ ਬਾਪੂ ਜੀ ਕਦੋਂ ਆਉਣਾ। ਮੇਰੇ ਜਵਾਕ ਬਹੁਤ ਚੰਗੇ ਆ, ਮੈਂ ਕਹਿੰਦੇ ਬਹੁਤ ਵਧੀਆ। ਤੇ ਇੱਥੇ ਰਹਿ ਕੇ ਪੰਜਾਬ ਦਾ, ਆਪਣੇ ਪਿੰਡ ਦਾ ਕਿਵੇਂ ਤੁਸੀਂ ਮਤਲਬ ਉਹਨੂੰ ਕਿਵੇਂ ਸਵਾਰਨ ਦੀ ਕੋਸ਼ਿਸ਼ ਕੀਤੀ? ਉਹਦਾ ਭਲਾ ਕਿਵੇਂ ਕੀਤਾ? ਉਹਦਾ ਬਹੁਤ ਭਲਾ ਕਰੇ। ਸਾਡੇ ਇੱਥੇ ਰਹਿੰਦੇ ਅਜਮੇਰ ਸਿੰਘ ਸਿੱਧੂ ਸਾਹਿਬ, ਉਹਨਾਂ ਨੇ ਪਿੰਡ ਤੋਂ ਕੰਮ ਤੋਰਿਆ। 9 ਕਰੋੜ ਰੁਪਇਆ ਲਾਇਆ ਜੀ ਉੱਥੇ ਸਾਡੇ ਪਿੰਡ ਤੇ। ਸਾਡੇ ਇੱਥੋਂ ਕਿਸੇ ਪੰਜਾਬ ਦਾ ਕੋਈ ਪੈਸਾ ਨਹੀਂ ਲਾਇਆ ਗਵਰਨਮੈਂਟ ਤੋਂ। ਅੱਛਾ, 9 ਕਰੋੜ ਰੁਪਏ ਲੱਗੇ ਸਾਡੇ ਪਿੰਡ ਤੇ। ਉਹ ਲਾਇਆ ਅਜਮੇਰ ਨੇ ਸੰਧੂ ਆ, ਉਹਦੀ ਡੈਥ ਹੋ ਗਈ। ਹੁਣ ਉਹਦਾ ਬ੍ਰਦਰ ਆ, ਦੂਜਾ ਛੋਟਾ ਜੋੜੇ ਬ੍ਰਦਰ ਆ ਉਹ ਦੋਨੇ। ਤੇ ਬਾਕੀ ਉਹਨੇ ਜਿੰਨੇ ਸਾਡੇ ਰਹਿੰਦੇ ਅਸੀਂ 50 ਪਰਿਵਾਰ ਆ, ਸਾਰੇ ਅਸੀਂ ਪੂਰਾ ਜਾ ਕੇ ਉੱਥੇ ਪੰਜਾਬ ਕਰਦੇ ਆ। ਕੀ ਤਰੱਕੀ ਕੀਤੀ? ਆਪਣੇ ਪਿੰਡ ਨੂੰ ਕਿਵੇਂ ਸੁਧਾਰਿਆ ਤੁਸੀਂ? ਉੱਥੇ ਬਹੁਤ ਜ਼ਿਆਦਾ ਸੁਧਾਰੇ ਪਿੰਡ ਨੂੰ। ਉੱਥੇ ਕੋਈ ਨਸ਼ਾ ਨਹੀਂ ਉਦੋਂ ਬੰਦ ਕਰਦੇ ਸਾਰੇ ਅਸੀਂ ਪਿੰਡ ਚੋਂ। ਪੂਰੇ ਚੱਕਰ ਪਿੰਡ 'ਚ ਕੋਈ ਨਸ਼ਾ ਨਹੀਂ ਕਰਦਾ ਹੈਗਾ। ਹੁਣ ਉਦੋਂ ਬੰਦ ਸੀ, ਉਦੋਂ ਪਾਇਆ ਸਪਰੇਜ ਪਾਇਆ, ਸਪਰੇ ਪਾਇਆ। ਸਾਰਾ ਕੁਝ ਦਿਹਾੜੀਆਂ ਨਹੀਂ ਲਾਇਆ, ਸਾਰਾ ਹੱਥੀਂ ਮਿਹਨਤ ਕਰੀ ਆ। ਸਾਰਾ ਉਹ ਜਿਹੜਾ ਜਮੇਰ ਸਿੰਘ ਨੇ ਆਪਦੇ ਹੱਥੀਂ ਕੰਮ ਕਰਿਆ ਸਾਰਾ ਕੁਝ ਉੱਥੇ ਸਾਡੇ ਪਿੰਡ। ਅੱਛਾ। ਹਾਂਜੀ, ਟੋਬੇ ਆਹੀ ਪਾਰਕਾਂ ਕੈਨੇਡਾ ਵਾਲੀਆਂ ਬਣੀਆਂ ਵੀਆਂ। ਹਰੇਕ ਥਾਂ ਡਾਕਟਰ ਰੱਖਿਆ ਵਾ ਕਰਨ ਵਾਸਤੇ। ਹਰੇਕ ਥਾਂ ਟਾਈਮ, ਹਰੇਕ ਥਾਂ ਵਾਟਰ ਕੂਲਰ। 22 ਪਾਰਕਾਂ ਹੀ ਸਾਡੇ ਕੈਨੇਡਾ ਨਾਲ ਦੀਆਂ। ਅੱਛਾ, ਇਸੇ ਦੀਆਂ ਸਾਰੀਆਂ 22 ਪਾਰਕਾਂ, ਸਾਰੇ ਝੂਲੇ ਲੱਗੇ ਆ। ਅੱਛਾ, 22 ਪਾਰਕਾਂ ਤੁਸੀਂ ਚੱਕਰ ਪਿੰਡ ਦੇ ਵਿੱਚ ਬਣਾ ਦਿੱਤੀਆਂ। ਅਜਮੇਰ ਸਿੰਘ ਸਿੱਧੂ ਜਿਹੜੇ ਸੀ ਚੱਕਰ ਪਿੰਡ ਤੋਂ, ਉਹਨਾਂ ਡੈਥ ਹੋ ਗਈ ਉਹਨਾਂ ਦੀ ਹੁਣ।
ਤੇ ਉਹਦਾ ਬ੍ਰਦਰ ਹੈਗਾ ਛੋਟਾ ਜੋੜੇ ਦੌੜੇ ਦੋਨੇ ਉਹ। ਜਲਦੀ ਅਸੀਂ ਉਹਨਾਂ ਨਾਲ ਵੀ ਮੁਲਾਕਾਤ ਕਰਾਂਗੇ ਜਿਨ੍ਹਾਂ ਨੇ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲ ਦਿੱਤੀ। ਹਾਂਜੀ ਉਹਨਾਂ ਲਾਜ਼ਮੀ ਕਰੋ ਜੀ, ਬਲਦੇਵ ਸਿੰਘ ਨਾਲ ਉਹਦੇ ਨਾਲ। ਹਾਂਜੀ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਵਿੱਚ NRI ਵੀਰਾਂ ਦਾ ਬਹੁਤ ਹੱਥ ਹੈ ਤੇ ਅਸੀਂ TNTV ਰਾਹੀਂ ਤੁਹਾਨੂੰ ਬਹੁਤ ਜਲਦੀ ਦਿਖਾਵਾਂਗੇ ਕਿਸ ਤਰੀਕੇ ਨਾਲ NRI ਵੀਰਾਂ ਨੇ ਪੰਜਾਬ ਦੀ ਨੁਹਾਰ ਨੂੰ ਬਦਲਿਆ, ਕਿੰਨਾ ਪੈਸਾ ਲਗਾਇਆ ਆਪਣੇ ਪਿੰਡਾਂ ਦੇ ਵਿੱਚ। TNTV ਮੇਰੇ ਨਾਲ ਹਨ ਪ੍ਰਿਤਪਾਲ ਸਿੰਘ ਜੀ ਗਰੇਵਾਲ ਜਿਹੜੇ ਕ੍ਰੈਡਿਟ ਵਿਊ ਸੀਨੀਅਰ ਕਲੱਬ ਦੇ ਪ੍ਰੈਜ਼ੀਡੈਂਟ ਨੇ। ਇਹਨਾਂ ਕੋਲ ਜਾਣਾਂਗੇ ਕਿ ਬਹੁਤ ਘੱਟ ਮੇਲੇ ਦੇਖੀਦੇ ਨੇ ਜਿਹੜੇ ਮਿਲ ਕੇ ਕਰਵਾਏ ਜਾਂਦੇ ਨੇ ਤੇ ਤੁਸੀਂ ਅੱਜ ਜੇਮਸ ਪੋਟਰ ਤੇ ਕ੍ਰੈਡਿਟ ਵਿਊ ਮਿਲ ਕੇ ਇਹ ਮੇਲਾ ਕਰਵਾ ਰਹੇ ਹੋ। ਬਹੁਤ ਸਾਰੀ ਲੋਕ ਆਏ ਹੋਏ ਨੇ, ਇੰਜੋਏ ਕਰ ਰਹੇ ਨੇ, ਜਿਹਦੇ ਵਿੱਚ ਸੀਨੀਅਰਸ ਤੇ ਹੈ ਹੀ ਨੇ, ਜਵਾਨ ਵੀ ਨੇ, ਬੱਚੇ ਵੀ ਨੇ, ਸਾਰਿਆਂ ਨੂੰ ਤੁਸੀਂ ਇਕੱਠੇ ਕਰ ਲਿਆ ਹੈ ਨਾ। ਇਸ ਤਰ੍ਹਾਂ ਹੀ ਸੀਗਾ ਜੀ, ਅਸੀਂ ਜਿਹੜਾ ਹੈਗਾ ਇਹ ਯੂਥ ਐਂਡ ਸੀਨੀਅਰਸ ਨੂੰ ਇਹਦੇ ਨਾਲ ਜਿਹੜਾ ਹੈਗਾ ਅਸੀਂ ਜੋੜਦੇ ਹਾਂ ਜੀ ਐਥਲੈਟਿਕਸ ਦੇ ਨਾਲ। ਸਾਡੇ ਕੋਲੇ 6 ਸਾਲ ਤੋਂ ਲੈ ਕੇ 16 ਸਾਲ ਦੇ ਬॉयਜ਼ ਐਂਡ ਗਰਲ ਦੀਆਂ ਐਥਲੈਟਿਕ ਹੁੰਦੀਆਂ ਨੇ, ਬੱਚਿਆਂ ਦੀਆਂ ਦੌੜਾਂ ਹੁੰਦੀਆਂ ਨੇ ਤੇ ਇਹਨਾਂ ਨੂੰ ਅਸੀਂ ਜਿੰਨੇ ਵੀ ਬੱਚੇ ਪਾਰਟਿਸਿਪੇਟ ਕਰਦੇ ਆ ਉਹਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਾਰੇ ਬੱਚਿਆਂ ਨੂੰ ਮੈਡਲ ਦੇ ਨਾਲ ਸਨਮਾਨਿਤ ਕਰਦੇ ਹਾਂ ਤੇ ਜਿਹੜੇ ਫਸਟ ਸੈਕੰਡ ਥਰਡ ਆਉਂਦੇ ਆ ਉਹਨਾਂ ਨੂੰ ਅਸੀਂ ਟਰੋਫੀਜ਼ ਦਿੰਦੇ ਆ। ਸੇਮ ਵੀ ਲੇਡੀਜ਼ ਦਾ ਹੈਗਾ, ਕੁੜੀਆਂ ਦੀ ਜਿੱਦਾਂ ਆਪਣੇ ਸਪੂਨ ਰੇਸ ਹੈਗੀ, ਚਾਟੀ ਰੇਸ ਤੇ ਕੁੜੀਆਂ ਦਾ ਗਿੱਧਾ ਆ, ਕੁੜੀਆਂ ਦਾ ਟੱਗ ਆਫ ਵਾਰ ਵੀ ਹੋਏਗਾ ਤੇ ਲੇਡੀਜ਼ ਦੀਆਂ ਵੀ ਇਸ ਤਰ੍ਹਾਂ ਹੀ ਅਸੀਂ ਕਰਾਉਂਦੇ ਆ। ਉਸ ਤੋਂ ਬਾਅਦ ਕੀ ਹੈਗਾ ਸੀਨੀਅਰਸ ਦਾ ਜਿਹੜਾ 55 to 60, 60 ਤੋਂ 65 ਤਾਂ ਆਪਣੇ ਸ਼ਾਰਟ ਪੁੱਟ ਹੈਗਾ ਆ। ਸ਼ਾਰਟ ਪੁੱਟ ਦੇ ਵਿੱਚ ਮੈਂ ਵੀ ਪਾਰਟਿਸਿਪੇਟ ਕਰਦਾ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਸੀਨੀਅਰਸ ਨੇ ਇਹ ਕੋਵਿਡ ਦੇ ਵਿੱਚ ਇਸ ਵਾਰ ਕੀ ਹੋਇਆ 2-2.5 ਸਾਲ ਅੰਦਰ ਰਹੇ ਤੇ ਹੁਣ ਅਸੀਂ ਇਹ ਪ੍ਰੋਗਰਾਮ ਸਪੋਰਟਸ ਇਵੈਂਟ ਜਿਹੜਾ ਅਰੇਂਜ ਕੀਤਾ ਸੀਨੀਅਰ ਐਂਡ ਯੂਥ ਲਈ ਕੀਤਾ ਤਾਂ ਕਿ ਲੋਕ ਆ ਕੇ ਮਸਾਂ ਲੋਕਾਂ ਨੂੰ ਹੁਣ ਸਾਹ ਮਿਲਿਆ। ਸੋ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਹੈਗਾ ਜੋੜਦੇ ਹਾਂ। ਤੇ ਸੈਕੰਡਲੀ ਕੋਵਿਡ ਦੇ ਵਿੱਚ ਵੀ ਅਸੀਂ ਸਾਡੀ ਐਸੋਸੀਏਸ਼ਨ ਜਿਹੜੀ ਕ੍ਰੈਡਿਟ ਵਿਊ ਸੀਨੀਅਰ ਕਲੱਬ ਹੈ ਆਲਮੋਸਟ $7,000 ਦੇ ਅਸੀਂ ਜਿਹੜੇ ਨੇ ਕੋਵਿਡ-19 ਦੀਆਂ ਕਿਟਸ, ਹੈਂਡ ਗਲਵਜ਼ ਤੇ ਸੈਨੀਟਾਈਜ਼ਰ ਵਗੈਰਾ ਤੇ ਹੁਣ ਅੱਜ ਫੇਸ ਮਾਸਕ, ਸ਼ੀਲਡਸ ਵਗੈਰਾ ਵੀ ਇੱਥੇ ਫ੍ਰੀ ਅਸੀਂ ਕੱਢ ਰਹੇ ਹਾਂ। ਸੋ ਇਸ ਤਰੀਕੇ ਦੇ ਨਾਲ ਅਸੀਂ ਆਪਣੀ ਕਮਿਊਨਿਟੀ ਨੂੰ ਜਿਹੜਾ ਹੈਗਾ ਉਹਦੀ ਟਾਈਮ ਟੂ ਟਾਈਮ ਹੈਲਪ ਕਰਦੇ ਰਹਿੰਦੇ ਹਾਂ। ਤੇ ਸੈਕੰਡਲੀ ਸੀਨੀਅਰ ਰਿਵਿਊਜ਼ ਦੇ ਬਾਰੇ ਸੀਨੀਅਰਸ ਨੂੰ ਅਸੀਂ ਦੱਸਦੇ ਹਾਂ, ਘਰਾਂ ਦੇ ਵਿੱਚ ਕੀ ਪ੍ਰੋਬਲਮਸ ਆਉਂਦੇ ਆ ਉਹਦੇ ਬਾਰੇ ਵੀ ਅਸੀਂ ਗਾਈਡਲਾਈਨਸ ਸੈੱਟ ਕਰਦੇ ਹਾਂ। ਸੋ ਇਹਦੇ ਲਈ ਤੁਸੀਂ ਕਿਹਨੂੰ ਨਾਲ ਸਪੋਰਟ ਕਿਹਦਾ ਲੈਂਦੇ ਹੋ? ਮੇਅਰ, ਕਾਉਂਸਲਰ, ਤੁਹਾਡੇ ਨਾਲ ਕੌਣ ਹੈ? ਬਿਲਕੁਲ ਜੀ, ਸਾਡੀ ਜਿਹੜੀ ਆਪਣੇ ਸਿਟੀ ਆਫ ਬਰੈਂਪਟਨ ਤੋਂ ਸਾਡੇ ਜਿਹੜੇ ਕਾਉਂਸਲਰ ਹੈਗੀ ਰਵੀਨਾ ਸੈਂਟੋ ਤੇ ਰੀਜਨਲ ਕਾਉਂਸਲਰ ਪਾਲ ਬਸੈਂਟੇ ਤੇ ਮੇਅਰ ਉਹਨਾਂ ਨਾਲ ਪੈਟਰਿਕ ਬਰਾਊਨ ਨਾਲ ਵੀ ਮੇਰੇ ਪਰਸਨਲ ਰਿਲੇਸ਼ਨ ਨੇ। ਟਾਈਮ ਟੂ ਟਾਈਮ ਐਜ਼ ਏ ਪ੍ਰੈਜ਼ੀਡੈਂਟ ਮੈਂ ਮੀਟਿੰਗਸ ਦੇ ਵਿੱਚ ਸਿਟੀ ਦੇ ਵਿੱਚ ਜਾਂਦੇ ਰਹਿੰਦੇ ਆ। ਕੋਈ ਵੀ ਜਿੰਨੇ ਸੀਨੀਅਰਸ ਦੇ ਮੁੱਦੇ ਨੇ ਅਸੀਂ ਚੱਕਦੇ ਹਾਂ। ਸੈਕੰਡਲੀ ਸਾਡੇ ਜਿਹੜੇ MPP ਨੇ ਅਮਰਜੋਤ ਸੰਧੂ, ਉਹਨਾਂ ਨਾਲ ਵੀ ਮੇਰੀ ਮਹੀਨੇ ਦੇ ਵਿੱਚ 1-2 ਮੀਟਿੰਗ ਹੁੰਦੀਆਂ ਰਹਿੰਦੀਆਂ ਨੇ ਤਾਂ ਕਿ ਜਿਹੜੀਆਂ ਸੀਨੀਅਰਸ ਦੀਆਂ ਪ੍ਰੋਬਲਮ ਨੇ ਉਹਨਾਂ ਨੂੰ ਸੋਲਵ ਕੀਤਾ ਜਾਵੇ। ਕਿਹੜੀਆਂ ਪ੍ਰੋਬਲਮਸ ਮੇਨ ਸੀਨੀਅਰਸ ਨੂੰ ਆਉਂਦੀਆਂ ਨੇ ਬਰੈਂਪਟਨ ਕੈਨੇਡਾ ਵਿੱਚ ਆ ਕੇ? ਸੀਨੀਅਰ ਦੀਆਂ ਪ੍ਰੋਬਲਮ ਜੀ ਬਹੁਤ ਸਾਰੀਆਂ ਨੇ। ਨੰਬਰ 1 ਤਾਂ ਲੈਂਗੁਏਜ ਬੈਰੀਅਰ ਹੋ ਜਾਂਦਾ
ਕਿਸੇ ਤਰੀਕੇ ਨਾਲ ਕਿਸੇ ਆਫਿਸ ਦੇ ਵਿੱਚ ਜਾਣਾ, ਉੱਥੇ ਜਿੱਦਾਂ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਵੀ ਉਹ ਵੀ ਲੈਂਗੁਏਜ ਬੈਰੀਅਰ ਹੋ ਜਾਂਦਾ। ਇੱਕ ਸੈਕੰਡਲੀ ਸਾਰਾ ਟਾਈਮ ਜਿਵੇਂ ਕੋਵਿਡ ਦੇ ਵਿੱਚ ਅੰਦਰ ਰਹਿਣ ਦੇ ਨਾਲ ਉਹਦੇ ਨਾਲ ਮੈਂਟਲੀ ਸਟ੍ਰੈਸ ਹੋ ਜਾਂਦੀ ਆ। ਬਹੁਤ ਖੂਬ ਜਿਹੜੀ ਗੱਲ ਤੁਸੀਂ ਕਹੀ ਕਿ ਲੈਂਗੁਏਜ ਬੈਰੀਅਰ ਆ ਰਹੀ ਹੈ, ਲੈਂਗੁਏਜ ਬੈਰੀਅਰ ਤੇ ਆਉਣ ਵਾਲੇ ਜਿਹੜੇ ਸਾਡਾ ਪੀੜ੍ਹੀ ਹੈ ਜਿਹਨੂੰ ਅਸੀਂ ਕਹਿੰਦੇ ਸਾਡੇ ਬੱਚੇ, ਉਹਨਾਂ ਵਿੱਚ ਵੀ ਬਹੁਤ ਆ ਰਿਹਾ। ਪਰ ਇਸ ਤਰ੍ਹਾਂ ਸੀਗਾ ਜਿਹੜਾ ਆਉਣ ਵਾਲੀ ਜਿਹੜੇ ਪੀੜ੍ਹੀ ਹੈਗੀ ਆ ਉਹ ਤਾਂ ਇੰਗਲਿਸ਼ ਦੇ ਵਿੱਚ ਮਾਸਟਰ ਨੇ, ਪਰ ਉਹਨਾਂ ਦਾ ਜਿਹੜਾ ਬੱਚਿਆਂ ਦੇ ਨਾਲ ਆਪਣੇ ਸੀਨੀਅਰਸ ਦੇ ਨਾਲ ਐਡਜਸਟਮੈਂਟ ਨਹੀਂ ਹੁੰਦੀ। ਇਸੇ ਕਰਕੇ ਅਸੀਂ ਸੀਨੀਅਰਸ ਨੂੰ ਗਾਈਡ ਕਰਦੇ ਹਾਂ ਵੀ ਤੁਸੀਂ ਕਿਸ ਤਰ੍ਹਾਂ ਦੇ ਨਾਲ ਆਪਣੇ ਜਿਹੜੇ ਚਿਲਡਰਨ, ਗ੍ਰੈਂਡ ਚਿਲਡਰਨ ਜਾਂ ਬੱਚਿਆਂ ਦੇ ਨਾਲ ਉਹਨਾਂ ਦੇ ਨਾਲ ਐਡਜਸਟਮੈਂਟ ਕਰਨੀ ਆ। ਅਸੀਂ ਨਾਰਮਲੀ ਮੈਂ MP ਆਫਿਸ ਵੀ ਜਾਣਾ, ਸਾਡੀ ਕਮਲ ਖਹਿਰਾ ਨਾਲ ਵੀ ਸੀਨੀਅਰ ਜਿਹੜੀ ਸਾਡੀ ਬਰੈਂਪਟਨ ਦੀ ਐਸੋਸੀਏਸ਼ਨਾਂ ਨੇ ਸਾਰੀਆਂ, ਉਹਨਾਂ ਦੇ ਵਿੱਚ ਵੀ ਮੈਂ ਡਾਇਰੈਕਟਰ ਹਾਂ। ਅਸੀਂ ਐਸੋਸੀਏਸ਼ਨ ਵਾਲੇ ਵੀ ਅਸੀਂ ਜਾ ਕੇ ਹੁਣ ਪਿੱਛੇ ਮੇਰੀ ਉਹਦੇ ਨਾਲ MP ਦੇ ਨਾਲ ਮੀਟਿੰਗ ਸੀਗੀ, ਉਹਦੇ 'ਚ ਅਸੀਂ ਜਿਹੜਾ ਹੈਗਾ ਆਪਣੇ ਅੱਖਾਂ ਦੀ ਕਵਰੇਜ ਤੇ ਡੈਂਟਲ ਦਾ, ਹੋਰ ਸਾਰੀਆਂ ਜਿਹੜੀਆਂ ਪੈਨਸ਼ਨ ਦੀਆਂ ਜਾਂ ਹੋਰ ਜਿਹੜੀਆਂ ਪ੍ਰੋਬਲਮ ਸਾਡੀਆਂ ਜਾਂ ਸਾਡੇ ਮੈਡੀਕਲ ਕਵਰੇਜ ਜਿਹੜੇ ਸੀਗੇ ਉਹ ਆਪਣੇ ਫੂਡ ਸਰਕਾਰ ਨੇ ਘਟਾਏ ਸੀ, ਉਹਦੇ ਬਾਰੇ ਵੀ ਡਿਸਕਸ ਕੀਤਾ ਤੇ ਅਮਰਜੋਤ ਸੰਧੂ ਨਾਲ ਵੀ ਕੀਤਾ। ਉਹਦੇ ਕਰਕੇ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਵੀ ਅਸੀਂ ਜਿਹੜਾ ਸੀਨੀਅਰ ਦੀ ਹੈਲਪ ਕਰਾਂਗੇ। ਲਿਬਰਲ ਗਵਰਨਮੈਂਟ ਕੈਨੇਡਾ ਵਿੱਚ ਕਿਵੇਂ ਕੰਮ ਕਰ ਰਹੀ ਹੈ ਤੁਹਾਡੇ ਅਕੋਰਡਿੰਗ? ਦੇਖੋ ਜੀ, ਸਾਡੇ ਮੁਤਾਬਕ ਤਾਂ ਗਵਰਨਮੈਂਟ ਚਾਹੇ ਕੋਈ ਹੋਵੇ, ABC ਅਸੀਂ ਕੈਂਡੀਡੇਟ ਨੂੰ ਚੈੱਕ ਕਰਦੇ ਹਾਂ। ਲਿਬਰਲ ਸਰਕਾਰ ਨਾਲ ਸਾਡਾ ਕੋਈ ਲੈਣਾ, ਲੇਕਿਨ ਜਿਹੜੀ ਸਾਡੀ MP ਹੈਗੀ ਆ ਕੁੜੀ ਕਮਲ ਖਹਿਰਾ ਇਸ ਵਕਤ ਮਿਨਿਸਟਰ ਵੀ ਆ ਸੀਨੀਅਰਸ ਦੀ, ਕਾਫੀ ਵਾਰੀ ਉਹਦੇ ਨਾਲ ਸਾਡੀ ਡਿਸਕਸ਼ਨ ਹੋਈ ਆ। ਉਹਨਾਂ ਨੇ ਛੋਟੇ ਕੰਮ ਸੀਗੇ ਜਿਹੜੇ ਸੀਨੀਅਰਸ ਲਈ, ਅੱਗੇ ਤਾਂ ਇਕੱਲੇ ਬਰੈਂਪਟਨ 'ਚ ਹੀ ਕਰਾਉਂਦੇ ਸੀ ਸਾਡੇ ਉਹ ਸੀਗੇ, ਤੇ ਹੁਣ ਜਿਹੜਾ ਹੈਗਾ ਉਹ ਸਾਰੇ ਮਤਲਬ ਆਲ ਓਵਰ ਕੈਨੇਡਾ ਲਈ ਕਰ ਰਹੇ ਆ। ਪਿੱਛੋਂ ਵੈਨਕੂਵਰ ਗਏ ਆ, ਨਿਊ ਬ੍ਰਾਂਜ਼ਵਿਕ। ਸੋ ਆਈ ਰੀਅਲੀ ਐਪਰੀਸ਼ੀਏਟ ਕਮਲ ਖਹਿਰਾ, ਤੇ ਉਹ ਵਧੀਆ ਕੰਮ ਕਰਦੇ ਆ। ਤੇ ਅਮਰਜੋਤ ਸੰਧੂ ਮੁੰਡਾ ਇੱਕ ਸਟੂਡੈਂਟ ਤੋਂ ਉੱਠ ਕੇ MPP ਬਣਿਆ, ਉਹ ਵੀ ਜਿਹੜਾ ਹੈਗਾ ਕਾਫੀ ਸੀਨੀਅਰ ਦੀਆਂ ਪ੍ਰੋਬਲਮਸ ਸਾਡੀਆਂ ਜਾ ਕੇ ਸਿਟੀ ਹਾਲ ਦੇ ਵਿੱਚ ਉਠਾਉਂਦੇ। ਅੱਜ ਤੁਸੀਂ ਇੱਥੇ ਪੂਰਾ ਬਰੈਂਪਟਨ ਨੂੰ ਮਿਨੀ ਪੰਜਾਬ ਬਣਾ ਦਿੱਤਾ ਹੈ। ਦੋ ਆਰਗੇਨਾਈਜੇਸ਼ਨਸ ਨੇ ਮਿਲ ਕੇ ਜਿਹੜਾ ਇਹ ਕਲੱਬ ਵੱਲੋਂ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੈ। ਕੀ ਮਹਿਸੂਸ ਕਰਦੇ ਹੋ ਪੰਜਾਬ ਵਿੱਚ, ਮਤਲਬ ਐਵੇਂ ਨਹੀਂ ਹੋ ਰਿਹਾ ਪਰ ਅੱਜ ਬਰੈਂਪਟਨ ਤੁਸੀਂ ਕਰਵਾ ਰਹੇ ਹੋ? ਇਸ ਤਰ੍ਹਾਂ ਹੀ ਹੈ ਜੀ, ਹੁਣ ਪੰਜਾਬ ਦੇ ਵਿੱਚ ਉਹਦਾ ਸਾਰੀਆਂ ਚੀਜ਼ਾਂ ਇਹ ਖਤਮ ਹੋ ਚੁੱਕੀਆਂ ਨੇ, ਜਿੱਦਾਂ ਸਪੋਰਟਸ ਵਗੈਰਾ ਹੈਗਾ ਸਾਰਾ ਪ੍ਰੋਗਰਾਮ। ਅੱਜ ਹੁਣ ਅਸੀਂ ਇੱਥੇ ਬੱਚਿਆਂ ਦੇ ਲਈ ਜਿਹੜਾ ਕਲੂਨ ਆਪਣੇ ਫੇਸ ਪੇਂਟਿੰਗ ਵਾਲਾ ਹਾਰ ਕੀਤਾ ਸੀਗਾ, ਕੁੜੀਆਂ ਦੇ ਲਈ ਮਹਿੰਦੀ ਸੀ ਸਪੈਸ਼ਲੀ, ਹੁਣ ਗਿੱਧਾ ਹੋਣਾ ਆ, ਤੇ ਲੇਡੀਜ਼ ਦੇ ਕਾਫੀ ਕੰਪੀਟੀਸ਼ਨ ਹੋਏ ਆ। ਜਿੱਦਾਂ ਹੁਣ ਬੇਟੀ ਖੜੀ ਆ, ਦੇਖੋ ਇਹਨੇ ਪਾਰਟਿਸਿਪੇਟ ਕੀਤਾ, ਤੇ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਉਤਸ਼ਾਹਿਤ ਕਰਦੇ ਹਾਂ, ਇਨਾਮ ਦਿੱਤੇ ਆ ਇਹਨਾਂ ਨੂੰ, ਤਾਂ ਕਿ ਅੱਗੇ ਵਾਸਤੇ ਵੀ ਜਿਹੜੇ ਨੇ ਵੱਧ ਚੜ੍ਹ ਕੇ ਬੱਚੇ ਸਾਡੇ ਕੋਲ ਆਉਣ ਤੇ ਅਸੀਂ ਆਪਣੀ ਕਮਿਊਨਿਟੀ ਦੀ ਹੈਲਪ ਕਰਦੇ ਹਾਂ। ਜ਼ਿਆਦਾਤਰ ਕਿਹਾ ਜਾਂਦਾ ਹੈ NRI ਵੀਰਾਂ ਦਾ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਕੀ ਪੰਜਾਬ ਦੇ ਲਈ ਵੀ ਕਦੇ ਕੁਝ ਪਲਾਨ ਕੀਤਾ? ਮੈਂ ਜੀ ਜਦੋਂ ਐਵਰੀ ਈਅਰ ਜਾਣਾ ਆਪਣੇ ਪਿੰਡ ਦੇ ਵਿੱਚ, ਜੀ ਮੈਂ ਪਿਛਲੇ ਸਾਲ ਗਿਆ ਸੀਗਾ, ਮੈਂ ਉੱਥੇ ਇੱਕ ਆਈ ਕੈਂਪ ਅਰੇਂਜ ਕੀਤਾ ਸੀ। 220 ਲੋਕ ਆਏ ਸੀਗੇ, ਸਾਰਿਆਂ ਨੂੰ ਮੈਡੀਸਨ ਤੇ ਗਲਾਸਿਸ ਫ੍ਰੀ ਦਿੱਤੀਆਂ ਗਈਆਂ ਸੀਗੀਆਂ, ਤੇ ਸੈਕੰਡਲੀ 5 ਆਪਰੇਸ਼ਨ ਹੋਏ ਸੀ। ਉਹਦੇ ਤੇ ਮੇਰਾ ਆਲਮੋਸਟ 1,99,000 ਰੁਪਇਆ ਖਰਚਾ ਆਇਆ। ਪਰ ਮੈਂ ਮੇਰਾ ਕੰਮ ਵਧੀਆ ਹੈਗਾ, ਠੀਕ ਹੈ, ਮੈਂ ਜਸਟ ਕੋਸ਼ਿਸ਼ ਕਰਦਾ ਉੱਥੇ ਵੀ ਹੈਲਪ ਕਰਨ ਦੀ। ਤੇ ਇਸ ਵਾਰੀ ਮੈਂ ਗਿਆ ਸੀਗਾ ਤੇ ਮੇਰੇ ਕੋਲ ਰਿਕੁਐਸਟ ਆਈ ਪੰਚਾਇਤ ਵੱਲੋਂ ਵੀ ਪ੍ਰਾਇਮਰੀ ਸਕੂਲ ਦੀ ਛੱਤ ਗਿਰ ਰਹੀ ਆ। ਮੈਂ ਉਹਨਾਂ ਨੂੰ ਕਿਹਾ ਸੀਗਾ, ਮੈਂ ਵੀ ਇਸ ਤਰ੍ਹਾਂ ਕਰੋ ਵੀ ਤੁਸੀਂ ਖਰਚਾ ਲੈ ਲਓ। ਉਹਨਾਂ ਨੇ ਦੇਖਿਆ, ਕੰਟਰੈਕਟਰ ਨਾਲ ਗੱਲ ਕੀਤੀ, ਉਹ ਕਹਿੰਦੇ ਜੀ 1,70,000 ਰੁਪਇਆ ਲੱਗਣਾ ਵੀ ਛੱਤ ਚੇਂਜ ਕਰਨ ਦੇ ਲਈ। ਸੋ ਆਈ ਪੇ ਫਾਰ ਦੈਟ, ਆਈ ਐਮ ਡੂਇੰਗ ਗੁੱਡ ਜੌਬ, ਸੋ ਦਿਸ ਇਜ਼ ਮਾਈ ਹੌਬੀ। ਵੈਰੀ ਨਾਈਸ। ਜਦੋਂ ਅਸੀਂ ਦੇਖਦੇ ਹਾਂ ਕਿ ਪੰਜਾਬ NRI ਵੀਰਾਂ ਵੱਲੋਂ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬਹੁਤ ਯੋਗਦਾਨ ਦਿੱਤਾ ਜਾਂਦਾ ਹੈ, ਸਰਕਾਰਾਂ ਵੱਲੋਂ ਸਪੈਸ਼ਲੀ ਰਿਕੁਐਸਟ ਕੀਤੀ ਜਾਂਦੀ ਕਿ NRI ਵੀਰ ਸਾਡੇ ਨਾਲ ਰਲਣ ਤੇ ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਗੇ। ਇਹਦਾ ਮਤਲਬ ਜਦੋਂ ਅੱਜ ਅਸੀਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਲਈ ਸਾਰਿਆਂ ਦਾ ਕੈਨੇਡਾ ਰਹਿ ਕੇ ਵੀ ਦਿਲ ਧੜਕਦਾ ਹੈ ਕਿ ਪੰਜਾਬ ਸਾਡਾ ਅੱਗੇ ਵਧੇ, ਕੀ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਯੂਥ ਨੂੰ ਤੇ ਪੰਜਾਬ ਦੇ ਸੀਨੀਅਰਸ ਨੂੰ? ਦੇਖੋ ਜੀ, ਮੇਰਾ ਤਾਂ ਇਹੀ ਮੈਸੇਜ ਹੈ ਵੀ ਦੇਖੋ, ਚੰਗੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਉੱਥੇ ਵੀ, ਜਿੱਦਾਂ ਅਸੀਂ ਇੱਥੇ ਕਰਦੇ, ਲਾਇਬ੍ਰੇਰੀਜ਼ ਵਗੈਰਾ ਬਣਨੀਆਂ ਚਾਹੀਦੀਆਂ ਨੇ। ਨੈਕਸਟ ਟ੍ਰਿਪ ਦੇ ਵਿੱਚ ਮੇਰੀ ਪਲਾਨ ਹੈ ਵੀ ਮੈਂ ਸਰਕਾਰ ਨਾਲ ਗੱਲ ਕਰਕੇ ਚਾਹੁੰਦਾ ਵੀ ਇੱਕ ਸੀਨੀਅਰਸ ਦੇ ਲਈ ਉੱਥੇ ਡਿਸਪੈਂਸਰੀ ਬਣਾਈ ਜਾਵੇ, ਜਿਹੜੇ 55 ਅਬਵ ਜਾਂ ਸੀਨੀਅਰਸ ਹੈਗੇ ਨੇ ਉਹਨਾਂ ਨੂੰ ਸਾਰੀ ਮੈਡੀਸਨ ਫ੍ਰੀ ਦਿੱਤੀ ਜਾਵੇ। ਇਸ ਵਾਰ ਮੈਂ ਗੱਲ ਕਰੂੰਗਾ ਉਹਨਾਂ ਨਾਲ, ਜੇ ਡਾਕਟਰ ਅਰੇਂਜ ਕਰਨ ਤੇ ਡਾਕਟਰ ਦੀ ਸੈਲਰੀ ਤੇ ਮੈਡੀਸਨ ਦਾ ਖਰਚਾ ਸਾਰਾ ਮੈਂ ਫ੍ਰੀ ਦੇ ਦੂੰਗਾ ਜੇ ਸਰਕਾਰ ਮੇਰੀ ਸਪੋਰਟ ਕਰੂਗੀ। ਸੋ ਅਸੀਂ ਹਰ ਟਾਈਮ ਹੀ ਜਿਹੜਾ ਹੈਗਾ ਪੰਜਾਬ ਦੇ ਵਿੱਚ ਉੱਥੇ ਆਪਣੇ ਬੈਕ ਹੋਮ ਦੇ ਵਿੱਚ ਹੈਲਪ ਕਰਨ ਲਈ ਤਤਪਰ ਰਹੀਦਾ। ਪਰ ਹੁਣ ਉੱਥੇ ਸਾਨੂੰ ਇਹ ਆ ਵੀ ਜੇ ਉੱਥੋਂ ਉਹ ਸਪੋਰਟ ਕਰਨ ਦੈਨ ਵੀ ਕੈਨ ਡੂ ਦੈਟ, ਅਦਰਵਾਈਜ਼ ਯੂ ਨੋ ਤੁਹਾਨੂੰ ਪਤਾ ਹੀ ਹੈ ਵੀ ਉੱਥੋਂ ਦੀ ਜਿਹੜੀ ਪੋਲੀਟਿਕਸ ਆ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਦਿਲੋਂ ਵੀ ਉੱਥੇ ਅਸੀਂ ਜਾ ਕੇ ਸੀਨੀਅਰਸ ਦੀ। ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਜੀ ਸਾਹਨੇਵਾਲ ਦੇ ਨਾਲ ਪਿੰਡ ਹੈ ਧਰੌੜ। ਸੋ ਆਪਣੇ ਸਾਹਨੇਵਾਲ ਤੋਂ ਸ਼ਹਿਰ ਤੋਂ ਲੁਧਿਆਣੇ ਡਿਸਟ੍ਰਿਕਟ ਦੇ ਵਿੱਚ ਪੈਂਦਾ ਜੀ, ਆਲਮੋਸਟ ਸਿਟੀ ਦੇ ਵਿੱਚ ਹੀ ਹੈ। ਸੋ ਕੋਸ਼ਿਸ਼ ਕਰੀਦੀ ਹੈ ਵੀ ਆਪਣੇ ਪਿੰਡ ਨੂੰ, ਉੱਥੇ ਇੱਕ ਇੰਡਸਟਰੀ ਲੱਗੀ ਹੈ, ਸੱਜਣ ਵਾਲੇ ਨੇ, ਉਹ ਮੇਰੇ ਫਰੈਂਡ ਨੇ,
ਉਹ ਵੀ ਮੇਰੀ ਸਪੋਰਟ ਕਾਫੀ ਕਰਦੇ ਨੇ। ਆਲਮੋਸਟ ਮੈਂ ਉਹਨਾਂ ਕੋਲੇ ਹਰ ਵਕਤ ਮੇਰੇ ਪੈਸੇ ਪਏ ਹੁੰਦੇ ਆ। ਕੋਈ ਵੀ ਕੰਮ ਕਰਾਉਣਾ ਹੋਵੇ, ਹੁਣ ਉਹਨਾਂ ਨੇ ਸਟਰੀਟ ਲਾਈਟਾਂ ਲਵਾਈਆਂ ਨੇ, ਜਿਹੜੀਆਂ ਗੁਰਦੁਆਰੇ ਨੂੰ ਜਾਣ ਵਾਲੀ ਸੜਕ ਸੀ ਉਹ ਪੱਕੀ ਕਰਾਈ ਆ। ਸੋ ਕੋਸ਼ਿਸ਼ ਕਰਦੇ ਆ ਵੀ ਬੈਕ ਹੋਮ ਵੀ ਇੱਥੇ ਵੀ ਜਿਹੜਾ ਹੈਗਾ ਸੀਨੀਅਰ ਦੀ ਤੇ ਯੂਥ ਦੀ ਸਪੋਰਟ ਕਰਦੇ ਰਹੀ। ਮੇਲੇ ਵਿੱਚ ਖਿੱਚ ਦਾ ਕੇਂਦਰ ਬਣੇ ਪੰਜਾਬੀ ਗਾਇਕ ਔਜਲਾ ਬ੍ਰਦਰ, ਜਿਨ੍ਹਾਂ ਨੇ ਆਪਣੀ ਸੁਥਰੀ ਗਾਇਕੀ ਨਾਲ ਮੇਲੇ ਨੂੰ ਚਾਰ ਚੰਦ ਲਗਾ ਦਿੱਤੇ। ਮੇਲੇ ਵਿੱਚ ਬੈਠੀਆਂ ਬੀਬੀਆਂ ਅਤੇ ਬਾਬਿਆਂ ਨੇ ਖੁੱਲ੍ਹ ਕੇ ਭੰਗੜਾ ਪਾਇਆ। ਕਰੀਬ ਕਾਫੀ ਸਮਾਂ ਔਜਲਾ ਬ੍ਰਦਰ ਇਸ ਮੇਲੇ ਦੀ ਸ਼ਾਨ ਬਣੇ ਰਹੇ।
जब वरदी वरदी ससे ने पुत्र अपने नू ओ पुत्र अपने नू। ਇਹ ਸਾਰਾ ਨਜ਼ਾਰਾ ਦੇਖ ਪੰਜਾਬੀ ਵਿਰਸੇ ਦੀ ਝਲਕ ਪੈਂਦੇ ਇਸ ਮੇਲੇ ਨੇ ਆਏ ਲੋਕਾਂ ਦੀ ਵਾਹ ਖੱਟ ਲਈ। ਕਿਵੇਂ ਲੱਗ ਰਿਹਾ ਅੱਜ ਦੋ ਇਨਾਮ ਤੁਸੀਂ ਲੈ ਕੇ ਜਾ ਰਹੇ ਹੋ? ਅੱਜ ਕਿਹੜੀ ਰੇਸ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਸੀ? ਇੱਕ ਤਾਂ ਮੈਂ ਰੇਸ ਕੀਤੀ ਸੀ ਸਪੂਨ ਰੇਸ, ਉਹਦੇ ਵਿੱਚੋਂ ਆਈ ਹਾਂ ਮੈਂ 3rd, ਐਂਡ ਇੱਕ ਮੈਂ ਸਿੰਪਲ ਰੇਸ ਕੀਤੀ ਸੀ, ਉਹਦੇ ਵਿੱਚੋਂ ਆਈ ਹਾਂ 2nd। ਮੈਨੂੰ ਬਹੁਤ ਵਧੀਆ ਲੱਗਾ। ਕਾਲਜ ਦੇ ਟਾਈਮ ਤੇ ਅਸੀਂ ਪਲੇ ਕਰਦੇ ਹੁੰਦੇ ਸੀ, ਉਹੀ ਚੀਜ਼ ਮੈਨੂੰ ਇੱਥੇ ਆ ਕੇ ਬਰੈਂਪਟਨ ਦੇ ਵਿੱਚ ਉਹ ਮੈਂ 3 ਸਾਲਾਂ ਤੋਂ ਬਾਅਦ ਦੇਖਿਆ। ਅੱਜ ਐਂ ਲੱਗਾ ਜਿਵੇਂ ਸੇਮ ਇੰਡੀਆ ਹੁੰਦਾ ਹੈ। ਮੈਂ ਬਹੁਤ ਵਧੀਆ ਲੱਗਾ, ਮੈਨੂੰ ਬਹੁਤ, ਮੈਂ ਦੱਸ ਨਹੀਂ ਸਕਦੀ ਕਿੰਨੀ ਖੁਸ਼ ਹੋਈ ਸਾਰੀਆਂ ਚੀਜ਼ਾਂ ਦੇਖ ਕੇ। ਜਿਵੇਂ ਇੰਡੀਆ 'ਚ ਪੰਜਾਬੀ ਕਲਚਰ ਸਾਰਾ ਹੁੰਦਾ ਸੀ, ਪ੍ਰਮੋਟ ਕਰਦੇ ਸੀ, ਸੇਮ ਇੱਥੇ ਕੀਤਾ ਗਿਆ। ਬਹੁਤ ਵਧੀਆ ਲੱਗਾ। ਪੰਜਾਬ ਤੋਂ ਕਿਹੜੀ ਜਗ੍ਹਾ ਤੋਂ? ਅਸੀਂ ਹਰਿਆਣਾ ਤੋਂ ਹਾਂ, ਡਿਸਟ੍ਰਿਕਟ ਸਿਰਸਾ ਹਰਿਆਣਾ। ਸਿਰਸਾ ਹਰਿਆਣਾ ਤੋਂ। ਤੇ ਅੱਜ ਤੁਸੀਂ ਸਪੂਨ ਰੇਸ ਦੇ ਵਿੱਚ ਇਹ ਪ੍ਰਾਈਜ਼ ਜਿੱਤਿਆ। ਹਾਂਜੀ। ਕਿਵੇਂ ਲੱਗਾ ਬਚਪਨ ਤੋਂ ਬਾਅਦ ਇਹ ਸਪੂਨ ਰੇਸ ਇੰਨੀ ਉਮਰ ਦੇ ਵਿੱਚ ਕਰਦੇ ਆ? ਬਹੁਤ ਵਧੀਆ ਲੱਗਾ। ਪਹਿਲਾਂ ਸਕੂਲ ਟਾਈਮ ਕਰਦੇ ਸੀ, ਫਿਰ ਕਾਲਜ ਟਾਈਮ ਕੀਤਾ, ਬਟ ਜਦੋਂ ਇੱਥੇ ਆਏ ਸੋਚਿਆ ਨਹੀਂ ਸੀ, ਬਟ ਇੱਥੇ ਆ ਕੇ ਬਹੁਤ ਵਧੀਆ ਲੱਗਾ। ਜਦੋਂ ਤੁਹਾਡੇ ਹਸਬੰਡ ਨੇ? ਹਾਂਜੀ। ਇੰਜੋਏ ਕਰ ਰਹੇ ਹੋ? ਅੱਜ ਵਾਈਫ ਨੂੰ ਤੁਹਾਡੇ ਬਹੁਤ ਸਾਰੇ ਇਨਾਮ ਜਿੱਤੇ ਨੇ। ਬਹੁਤ ਵਧੀਆ ਲੱਗਿਆ ਜੀ, ਇਹ ਲੈ ਕੇ ਆਏ ਨਾਮ ਤਾਂ। ਤੇ ਉੱਦਾਂ ਵੀ ਚਲੋ ਫਿਜ਼ੀਕਲੀ ਫਿਟਨੈਸ ਠੀਕ ਹੈ ਤੇ ਐਕਸਰਸਾਈਜ਼ ਵਗੈਰਾ ਵੀ ਚਲੋ ਲਾਉਂਦੇ ਰਹਿੰਦੇ ਆ ਤੇ ਨਹੀਂ ਬਹੁਤ ਵਧੀਆ ਜੀ। ਮੈਂ ਤਾਂ ਐਕਚੁਅਲੀ ਬਾਹਰ ਸੀਗਾ, ਮੈਂ ਹੁਣੀ ਆਇਆ, ਦੇਖਿਆ ਵੀ ਇਹਨਾਂ ਨੇ ਪ੍ਰਾਈਜ਼ ਲਿਆ, ਬਹੁਤ ਖੁਸ਼ੀ ਹੋਈ। ਕੀ ਕਰਦੇ ਹੋ ਇੱਥੇ? ਮੈਂ ਵੈਸੇ ਟਰੱਕਿੰਗ ਲਾਈਨ 'ਚ ਆ ਜੀ, ਤੇ ਇੰਡੀਆ ਮੈਂ ਵੈਸੇ ਕਬੱਡੀ ਖੇਡਦਾ ਹੁੰਦਾ ਸੀਗਾ ਤੇ ਸਪੋਰਟਸ ਨਾਲ ਜੁੜੇ ਆ ਤੇ ਹਾਂਜੀ ਹੁਣ ਵੀ ਚਲੋ ਐਕਸਰਸਾਈਜ਼ ਤਾਂ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਵਾਈਫ ਨੇ? ਨਹੀਂ ਜੀ, ਕਿਉਂਕਿ ਸਪੋਰਟਸ ਨਾਲ ਜਿਹੜਾ ਬੰਦਾ ਜਿਹੜਾ ਜੁੜਿਆ ਹੁੰਦਾ ਨਾ ਉਹਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ। ਟਰੱਕਿੰਗ ਦੀ ਜੌਬ ਬੜੀ ਕਹਿੰਦੇ ਆ ਕਿ ਉਹ ਕੁਐਸਚਨੇਬਲ ਹੈਗੀ ਹੈ ਕਿ ਦਿਨ ਰਾਤ ਤੁਸੀਂ ਸੜਕਾਂ ਉੱਤੇ ਜਾਣਾ ਹੈ। ਕਿਵੇਂ ਲੱਗਦਾ ਹੈ ਉੱਥੇ ਦੇ ਮਾਹੌਲ ਤੋਂ ਇੱਥੇ ਆ ਕੇ ਫਿਰ ਟਰੱਕਿੰਗ ਕਰਨੀ? ਟਰੱਕਿੰਗ ਹਾਰਡ ਤਾਂ ਹੈ ਜੀ ਸਭ ਤੋਂ, ਸਾਨੂੰ ਜੋ ਲੱਗਦਾ ਵੀ ਟਰੱਕਿੰਗ ਬਹੁਤ ਬਿਲਕੁਲ ਰਿਸਕ ਲੈ ਕੇ ਤੁਸੀਂ ਹਰ ਟਾਈਮ ਆਪਣੀ ਲਾਈਫ ਦਾ ਚੱਲ ਰਹੇ ਹੋ। ਹਾਂਜੀ ਰਿਸਕ ਤਾਂ ਹੈ ਜੀ। ਹੁਣ ਚਲੋ ਸਮਰ ਦੇ ਵਿੱਚ ਫਿਰ ਵੀ ਠੀਕ ਹੈ, ਪਰ ਵਿੰਟਰ ਦੇ ਵਿੱਚ ਬਹੁਤ ਔਖਾ ਹੁੰਦਾ ਹੈ। ਪਰ ਡਾਲਰ ਵੀ ਬਹੁਤ ਬਣਦੇ ਨੇ ਟਰੱਕਿੰਗ ਵਿੱਚ। ਡਾਲਰ ਤਾਂ ਠੀਕ ਹੈ ਜੀ ਬਣਦੇ ਆ, ਪਰ ਮਿਹਨਤ ਵੀ ਬਹੁਤ ਜ਼ਿਆਦਾ ਹੈ। ਜਦੋਂ ਡਾਲਰ ਆਉਂਦੇ ਨੇ ਫਿਰ ਭੁੱਲ ਜਾਂਦੇ ਹੋ ਸਟਰਗਲ? ਹਾਂ, ਜਦੋਂ ਵੀਕ ਬਾਅਦ ਚੈੱਕ ਆਉਂਦਾ ਜੀ ਸਾਰਾ ਕੁਝ ਭੁੱਲ ਜਾਂਦਾ। ਮੇਲਿਆਂ ਦੀ ਗੱਲ ਕਰੀਏ, ਮੇਲੇ ਦੇ ਵਿੱਚ ਔਰਤ ਸ਼ਿੰਗਾਰ ਕਰਕੇ ਆਏ ਤੇ ਮੈਨੂੰ ਪਰਮਜੀਤ ਜੀ ਨੂੰ ਦੇਖ ਕੇ ਲੱਗ ਰਿਹਾ ਵਾਕਈ ਇਹ ਮੇਲੇ ਵਿੱਚ ਹੀ ਆਏ ਨੇ। ਹਾਂਜੀ ਥੈਂਕ ਯੂ। ਕਿਉਂਕਿ ਜਿਹੜਾ ਕੋਈ ਪ੍ਰੋਗਰਾਮ ਹੁੰਦਾ ਉਹਦੇ ਹਿਸਾਬ ਨਾਲ ਡਰੈਸਅਪ ਹੋ ਕੇ ਜਾਣਾ ਚਾਹੀਦਾ, ਇਹ ਮੇਰੀ ਆਪਣੀ ਸੋਚ ਹੈ। ਔਰ ਇਸ ਤਰ੍ਹਾਂ ਦੇ ਮੇਲੇ ਮੈਂ ਚਾਹੁੰਦੀ ਹਾਂ ਕਿ ਕੈਨੇਡਾ ਦੇ ਵਿੱਚ, ਬਰੈਂਪਟਨ ਦੇ ਵਿੱਚ ਲੱਗਦੇ ਹੀ ਰਹਿਣ, ਕਿਉਂਕਿ ਇਹ ਸਾਡੇ ਸੱਭਿਆਚਾਰ ਨੂੰ, ਸਾਡੀ ਪੰਜਾਬੀ ਕਲਚਰ ਨੂੰ ਪ੍ਰਮੋਟ ਕਰਦੇ ਨੇ। ਔਰ ਸਪੈਸ਼ਲੀ ਬੱਚਿਆਂ ਵਾਸਤੇ ਜੋ ਅੱਜ ਐਕਟੀਵਿਟੀਜ਼ ਰੱਖੀਆਂ ਗਈਆਂ, ਰੇਸਿਸ ਰੱਖੀਆਂ ਗਈਆਂ, ਹੋਰ ਉਹਨਾਂ ਨੇ ਗਿੱਧੇ ਭੰਗੜੇ ਦਾ ਪ੍ਰੋਗਰਾਮ ਰੱਖਿਆ ਗਿਆ, ਬਹੁਤ ਹੀ ਅੱਛਾ ਉਪਰਾਲਾ ਕੀਤਾ ਹੈ ਮੇਰੇ ਭੈਣਾਂ ਤੇ ਮੇਰੇ ਵੀਰਾਂ ਨੇ। ਦੋਨੋਂ ਕਲੱਬਸ ਨੇ ਮਿਲ ਕੇ, ਸਾਡੇ ਕ੍ਰੈਡਿਟ ਵਿਊ ਸੀਨੀਅਰ ਸਿਟੀਜ਼ਨ ਕਲੱਬ ਨੇ ਤੇ ਸਾਡੇ ਜੇਮਸ ਪਾਟਰ ਸੀਨੀਅਰ ਸਿਟੀਜ਼ਨ ਕਲੱਬ ਨੇ ਮਿਲ ਕੇ ਜੋ ਪ੍ਰੋਗਰਾਮ ਕੀਤਾ, ਬਹੁਤ ਹੀ ਮੈਂ ਇਹਨਾਂ ਨੂੰ ਵਧਾਈ ਦਿੰਦੀ ਹਾਂ, ਇਹਨਾਂ ਦੇ ਪ੍ਰਬੰਧਕਾਂ ਨੂੰ ਔਰ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਆਰਗੇਨਾਈਜ਼ਰ, ਕਿਉਂਕਿ ਬਹੁਤ ਹੀ ਸੋਹਣਾ ਸੁਚੱਜੇ ਰੂਪ ਨਾਲ ਇਹਨਾਂ ਨੇ ਪ੍ਰੋਗਰਾਮ ਦਿੱਤਾ। ਮੈਂ ਆਪਣੇ ਵੀਰਾਂ ਭੈਣਾਂ ਨੂੰ ਬੜੀ ਜ਼ਿਆਦਾ ਅਪਰੀਸ਼ੀਏਟ ਕਰਨੀ ਆ ਔਰ ਬੱਚਿਆਂ ਨੂੰ ਬਲੈਸਿੰਗ ਦੇਣੀ ਆ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਪਾਇਆ। ਔਰ ਅੱਗੋਂ ਵੀ ਇਹੋ ਜਿਹੇ ਮੇਲੇ ਲੱਗਦੇ ਰਹਿਣ, ਕਿਉਂਕਿ ਬੱਚੇ ਆਮ ਤੌਰ ਤੇ ਮੈਂ ਘਰਾਂ ਦੇ ਵਿੱਚ ਦੇਖਣੀ ਆ, ਬੱਚੇ ਜਾਂ ਤੇ ਟੀਵੀ 'ਚ ਬਿਜ਼ੀ ਨੇ ਜਾਂ ਫੋਨ 'ਚ ਬਿਜ਼ੀ ਨੇ ਜਾਂ ਆਪਣੇ ਲੈਪਟਾਪ 'ਚ ਬਿਜ਼ੀ ਨੇ ਜਾਂ ਕ੍ਰੋਮ 'ਚ ਬਿਜ਼ੀ ਨੇ। ਦੇ ਡੋਂਟ ਵਾਂਟ ਟੂ ਟਾਕ ਟੂ ਐਨੀਬਡੀ, ਸੋ ਦਿਸ ਇਜ਼ ਵੈਰੀ ਸੈਡ। ਸੋ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣਗੇ ਤੇ ਬੱਚਿਆਂ ਨੂੰ ਉਤਸ਼ਾਹ ਮਿਲੇਗਾ ਔਰ ਅੱਗੋਂ ਵੀ ਉਹ ਅੱਛੇ ਤੋਂ ਅੱਛੇ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰਨਗੇ। ਮੈਂ ਵਧਾਈ ਦੇ ਪਾਤਰ ਨੇ ਮੇਰੇ ਸਾਰੇ ਭੈਣ ਤੇ ਮੇਰੇ ਵੀਰ। ਕਿਹੜੇ ਪਿੰਡ ਤੋਂ ਤੁਸੀਂ ਇੰਡੀਆ ਤੋਂ? ਅਸੀਂ ਗੁਰਦਾਸਪੁਰ ਡਿਸਟ੍ਰਿਕਟ ਤੋਂ ਹਾਂ, ਕਾਨੋਵਾਨ ਪਿੰਡ ਤੋਂ ਹਾਂ ਤੇ ਬਹੁਤ ਹੀ ਅੱਛਾ ਲੱਗਦਾ ਕਿ ਸਾਨੂੰ, ਮੈਨੂੰ ਤਾਂ ਇਹ ਲੱਗ ਰਿਹਾ ਕਿ ਜਿਸ ਤਰ੍ਹਾਂ ਇਹ ਬਰੈਂਪਟਨ ਵੀ ਸਾਡਾ ਇੱਕ ਪਿੰਡ ਦਾ ਹੀ ਐਕਸਟੈਂਡਡ ਫਾਰਮ ਹੈ। ਔਰ ਵੈਰੀ ਨਾਈਸ, ਥੈਂਕ ਯੂ। ਅੱਜ ਤੁਸੀਂ ਡਾਂਸ ਕਰ ਰਹੇ ਸੀ ਤੇ ਡਾਂਸ ਵਿੱਚ ਤੁਹਾਡੀ ਜਿਹੜੀ ਹੈ ਉਹ ਰੁਕਾਵਟ ਨਹੀਂ ਬਣ ਰਹੀ ਸੀ, ਉਹਦਾ ਰਾਜ਼ ਕੀ ਹੈ? ਮੈਂ ਇਸ ਦਿਨ ਦਾ ਇਹਦਾ ਕਾਰਨ ਮੈਂ ਦੱਸਣੀ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਮੈਨੂੰ ਬਹੁਤ ਹੀ ਅੱਛੀ ਹੈਲਥ ਦਿੱਤੀ ਹੈ। ਆਈ ਐਮ 72 ਇਅਰਸ ਓਲਡ, ਲੇਕਿਨ ਮੈਂ ਕਦੀ ਸਮਝਿਆ ਨਹੀਂ ਕਿ ਮੈਂ 72 ਦੀ ਹਾਂ। ਔਰ ਕਿੰਨੀ ਏਜ ਲੱਗਦੀ ਹੈ ਤੁਹਾਨੂੰ? ਮੈਨੂੰ ਤੇ 50 ਪਲੱਸ। 50 ਪਲੱਸ, ਵੈਰੀ ਨਾਈਸ। 25 ਸਾਲ ਛੋਟੇ ਹੋ ਗਏ। ਵੈਸੇ ਵੀ ਜਨਾਨੀਆਂ ਦੀ ਉਮਰ
ਛੋਟੀ ਹੁੰਦੀ ਹੈ ਉਹ ਵੱਡੀਆਂ ਹੁੰਦੀਆਂ ਹੀ ਨਹੀਂ ਨੇ। ਤੇ ਤੁਸੀਂ ਬਹੁਤ ਸੋਹਣਾ ਇੱਥੇ ਇੰਜੋਏ ਕਰ ਰਹੇ ਹੋ ਹੈ ਨਾ। ਸਾਰੇ ਹੀ ਇੱਥੇ ਸੀਨੀਅਰ ਕਲੱਬ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ, ਪਰ ਇੰਜੋਏ ਬੱਚਿਆਂ ਨੇ ਵੀ ਕੀਤਾ, ਬਜ਼ੁਰਗ ਨੇ ਵੀ ਕੀਤਾ, ਯੂਥ ਨੇ ਵੀ ਇੰਜੋਏ ਕੀਤਾ। ਹਾਂਜੀ, ਸਭ ਨੇ। ਪੰਜਾਬ ਵਾਲਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਪੰਜਾਬ ਵਾਲਿਆਂ ਨੂੰ ਇਹ ਮੈਸੇਜ ਦੇਣਾ ਚਾਹਾਂਗੀ ਕਿ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਆ ਕੇ ਆਪਣਾ ਬਹੁਤ ਹੀ ਜ਼ਿਆਦਾ ਪ੍ਰਮੋਟ ਕੀਤਾ, ਆਪਣੇ ਆਪ ਨੂੰ ਮਿਹਨਤ ਕਰਦੇ ਨੇ, ਡਰੱਗਸ ਤੋਂ ਦੂਰ ਰਹਿੰਦੇ ਨੇ ਔਰ ਉਹ ਬਹੁਤ ਅੱਛੇ ਪ੍ਰੋਗਰਾਮ ਕਰਦੇ ਨੇ, ਬੱਚਿਆਂ ਦਾ ਵੀ ਧਿਆਨ ਰੱਖਦੇ ਨੇ। ਔਰ ਟਾਈਮ ਆ ਗਿਆ ਜਦੋਂ ਅਸੀਂ ਆਪਣੇ ਪੰਜਾਬੀ ਵਿਰਸੇ ਦੇ ਨਾਲ ਜੁੜੀਏ ਔਰ ਗਿੱਧੇ ਭੰਗੜੇ ਪਾਉਂਦੇ ਰਹੀਏ, ਬੋਲੀਆਂ ਪਾਉਂਦੇ ਰਹੀਏ, ਉਹਨੂੰ ਸੰਭਾਲੀਏ ਔਰ ਜਿਹੜੇ ਸਾਡੇ ਸੱਭਿਆਚਾਰ ਹੈ ਉਹਨੂੰ ਐਵੇਂ ਯੂਥ ਨੂੰ ਦੱਸੀਏ ਕਿ ਸਾਡਾ ਯੂਥ ਇਸ ਚੀਜ਼ ਨੂੰ ਸੰਭਾਲ ਪਾਏ। ਯੂ ਆਰ ਵੈਰੀ ਫਿਟ ਐਂਡ ਫਾਈਨ। ਸਰਬੱਤ ਦੇ ਭਲੇ ਲਈ ਕੀ ਕਰ ਰਹੇ ਹੋ? ਸਰਬੱਤ ਦੇ ਭਲੇ ਵਾਸਤੇ ਮੈਂ ਰੋਜ਼ ਗੁਰਬਾਣੀ ਨਾਲ ਜੁੜੀ ਹੋਈ ਹਾਂ, ਸੱਚੇ ਪਾਤਸ਼ਾਹ ਨਾਲ ਜੁੜੀ ਹੋਈ ਹਾਂ। ਮੈਂ ਰੋਜ਼ ਆਪਣੇ ਘਰਾਂ ਦੇ ਵਿੱਚ ਸਟੀਕ ਮੈਂ ਰੱਖੇ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਛੋਟੇ ਸਰੂਪ ਸੈਂਚੀ ਸਾਹਿਬ, ਉਹਨਾਂ ਤੋਂ ਮੈਂ ਪੜ੍ਹਨੀ ਹਾਂ। ਜਿੱਥੇ ਵੀ ਮੈਂ ਬੈਠਨੀ ਹਾਂ, ਚਾਹੇ ਮੇਰਾ ਕੋਈ ਸੰਗੀ ਸਾਥੀ ਘਰ ਆ ਜਾਏ ਜਾਂ ਮੈਂ ਕਿਧਰੇ ਪਾਰਕ ਜਾਂਦੀ ਹਾਂ, ਤਾਂ ਮੈਂ ਗੁਰਬਾਣੀ ਦਾ ਮੈਂ ਕੋਸ਼ਿਸ਼ ਕਰਨੀ ਹੈ ਕਿ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਏ, ਬੱਚਿਆਂ ਨੂੰ ਗੁਰਬਾਣੀ ਬਾਰੇ ਦੱਸਿਆ ਜਾਏ, ਆਪਣੇ ਗੁਰੂਆਂ ਬਾਰੇ ਦੱਸਿਆ ਜਾਏ, ਆਪਣੇ 4 ਸਾਹਿਬਜ਼ਾਦਿਆਂ ਦੇ ਬਾਰੇ ਦੱਸਿਆ ਜਾਏ, ਕਿਉਂਕਿ ਬੱਚੇ ਇਸ ਚੀਜ਼ ਤੋਂ ਵਾਂਝੇ ਨੇ। ਮੈਂ ਅੱਜ ਵੀ ਰਿਕੁਐਸਟ ਕੀਤੀ ਸੀ ਇੱਥੇ ਜਦੋਂ ਮੈਂ ਬੋਲਿਆ ਸੀ ਫਸਟ ਕਿ ਬੱਚਿਆਂ ਨੂੰ ਗੁਰਮੁਖੀ ਸਿਖਾਈਏ ਅਸੀਂ ਔਰ ਉਹਨਾਂ ਨੂੰ ਗੁਰੂਆਂ ਬਾਰੇ, ਗੁਰਬਾਣੀ ਬਾਰੇ ਜਾਣਕਾਰੀ ਦਈਏ ਕੀ ਸਾਡੀ ਵਿਰਾਸਤ ਹੈ, ਕਿਉਂਕਿ ਸਾਡੇ ਗੁਰੂਆਂ ਨੇ ਬੜੀ ਸੈਕਰੀਫਾਈਸ ਕੀਤੀ ਹੈ। ਉਹ ਇੱਕ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਨੇ ਇੰਨੀ, ਸਪੈਸ਼ਲੀ ਮੈਂ ਗੁਰੂ ਗੋਬਿੰਦ ਸਿੰਘ ਜੀ ਬਹੁਤ ਹੀ ਜ਼ਿਆਦਾ ਮਤਲਬ ਡਿਵੋਟੀ ਹਾਂ। ਹਰ ਟਾਈਮ ਮੇਰਾ ਮਨ ਕਰਦਾ ਕਿ ਮੈਂ ਉਹਨਾਂ ਦੀਆਂ ਗੱਲਾਂ ਕਰਦੀ ਰਹਾਂ। ਇਹ ਵੀ ਸੱਭਿਆਚਾਰ ਵੀ ਜੇ, ਇਹਦੇ ਥਰੂ ਵੀ ਮੈਂ ਗੁਰਬਾਣੀ ਦਾ ਪ੍ਰਚਾਰ ਕਰਨਾ ਚਾਹਾਂਗੀ। ਜਦੋਂ ਮੈਨੂੰ ਮੌਕਾ ਮਿਲਿਆ ਤੁਹਾਡੇ ਟੀਵੀ ਦੇ ਵਿੱਚ ਜਾਂ PTC ਦੇ ਵਿੱਚ ਜਾਂ ਕਿਸੇ ਵੀ, ਤੇ ਆਈ ਵਿਲ ਕਮ ਦੇਅਰ ਐਂਡ ਆਈ ਵਿਲ ਟਾਕ ਟੂ ਅਬਾਊਟ ਦਿਸ ਗੁਰਬਾਣੀ। ਵੈਰੀ ਨਾਈਸ, ਥੈਂਕ ਯੂ ਸੋ ਮਚ। ਅਦਾਰਾ ਤਿਰਛੀ ਨਜ਼ਰ ਵੱਲੋਂ ਇਸ ਮੇਲੇ ਦੀ ਵਿਸ਼ੇਸ਼ ਕਵਰੇਜ ਕਰਕੇ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਦਾ ਮਾਣ ਹਾਸਲ ਕੀਤਾ ਹੈ ਤੇ ਅਸੀਂ ਇਹੋ ਜਿਹੇ ਪੰਜਾਬੀ ਵਿਰਸੇ ਨਾਲ ਸੰਬੰਧਿਤ ਪ੍ਰੋਗਰਾਮਾਂ ਨੂੰ TNTV ਰਾਹੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਉਣ ਲਈ ਕੋਸ਼ਿਸ਼ ਕਰਦੇ ਰਹਾਂਗੇ। ਆਸ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। TNTV ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।